ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਮਹਾਨ ਅਪਰ ਅਪਾਰ ਕਿਰਪਾ ਮਿਹਰਾਮਤ ਅਤੇ ਬਖਸ਼ਿਸ਼ ਹੋਈ ਗਏ ਭਾਈ, ਜੋ ਕਿ ਸਮਾਂ ਹੋਇਆ ਗਏ ਗੁਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨ ਦਾ। ਸੋ ਸੰਗਤ ਦੀ ਆਓ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਜੀਵਨ ਇਤਿਹਾਸ ਨਾਲ ਜੁੜੀਏ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਬੱਤ ਸੰਗਤ ਸਰਵਣ ਕਰ ਰਹੇ ਸਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਵੇਂ ਨਗਰ ਦੀ ਨੀਂਹ ਰੱਖ ਦਿੱਤੀ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬੜੀ ਕਾਹਲੀ ਦੇ ਨਾਲ ਉਸ ਨਗਰ ਦੀ ਉਸਾਰੀ ਕਰਵਾ ਰਹੇ ਆ। ਭਗਵਾਨ ਦਾਸ ਘੇਰੜ ਜਿਹੜਾ ਇੱਥੋਂ ਦੀ ਆਪਣੀ ਮਲਕੀਅਤ ਮੰਨ ਕੇ ਚੱਲਦਾ ਸੀ, ਆਪਣੇ ਘਰ ਵਿੱਚੋਂ ਬਾਹਰ ਨਿਕਲਿਆ ਤੇ ਲੋਕਾਂ ਨੂੰ ਪੁੱਛਦੇ ਵੀ ਤੁਹਾਨੂੰ ਕਿਸੇ ਨੂੰ ਕੋਈ ਮਿਲਿਆ ਗੇ ਮਹਾਰਾਜ ਜੀ ਦੇ ਕੋਲੋਂ, ਕਿਸੇ ਤੋਂ ਪੁੱਛਿਆ ਹੋਵੇ ਜਾਂ ਕਿਸੇ ਨੂੰ ਮਾਇਆ ਦਿੱਤੀ ਹੋਵੇ, ਤੇ ਲੋਕਾਂ ਇੱਕੋ ਹੀ ਗੱਲ ਨਿਬੇੜ ਦਿੱਤੀ ਵੀ ਜਗ੍ਹਾ ਤੇਰੀ ਆ, ਉਸਾਰੀ ਗੁਰੂ ਜੀ ਕਰ ਰਹੇ ਆ, ਤੂੰ ਜਾਣੇ ਤੇ ਗੁਰੂ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਬੁੜ ਬੁੜ ਤੁੜ ਤੁੜ ਕਰਦਾ ਤੁਰ ਪਿਆ ਤੇ ਨਾਲੇ ਕਹਿਣ ਲੱਗਾ ਉਹਨਾਂ ਆਪਣੇ ਸਾਥੀਆਂ ਨੂੰ ਕਿ ਮੈਂ ਜਾ ਕੇ ਗੁਰੂ ਸਾਹਿਬ ਨੂੰ ਡਰਾਵਾਂਗਾ ਤੇ ਜੇ ਇਸ ਵਾਰੀ ਨਾ ਡਰੇ ਤੇ ਮੈਂ ਸ਼ਾਹੀ ਸੈਨਾ ਨੂੰ ਲੈ ਕੇ ਆਵਾਂਗਾ। ਇੱਥੋਂ ਤੱਕ ਵਿਚਾਰ ਆਪਾਂ ਸਭਨਾਂ ਨੇ ਕੱਲ੍ਹ ਸਰਵਣ ਕੀਤੀ ਸੀ। ਇਸ ਤੋਂ ਅੱਗੇ ਕੀ ਹੋਇਆ, ਆਓ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਇਤਿਹਾਸ ਨੂੰ ਸਰਵਣ ਕਰੀਏ। ਆਪ ਜਿੰਨੇ ਮਾਈ ਭਾਈ ਸਾਹਿਬਾਂ ਦੇ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ, ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੋ। ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਤੇ ਸੀਸ ਝੁਕਾਓ ਤੇ ਬੜੇ ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੋਟਾ ਪੇਟ ਓਠ ਵੀ ਮੋਟੇ। ਹੁਣ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੀ ਲਿਖਦੇ ਗਨ ਕਿ ਇਸ ਬੰਦੇ ਦੇ ਸਿਰ ਦੇ ਵਾਲ ਵੀ ਚਿੱਟੇ ਹੋ ਗਿਆ ਤੇ ਦਾੜਾ ਵੀ ਚਿੱਟਾ ਹੋ ਗਿਆ। ਭਗਵਾਨ ਦਾਸ ਘੇਰੜ ਨੇ ਆਪਣੇ ਸਿਰ ਦੇ ਉੱਪਰ ਇੱਕ ਪੱਗ ਬੱਧੀ ਹੋਈ ਆ, ਪਰ ਅਜੇ ਉਹਦਾ ਸਰੀਰ ਜਿਹੜਾ ਵਾ ਨਾ ਉਹ ਥੋੜ੍ਹਾ ਜਿਹਾ ਤਾਕਤ ਵਾਲਾ ਵਾ, ਸਰੀਰ ਵਿੱਚ ਥੋੜ੍ਹਾ ਜਿਹਾ ਬਲ ਸੀ। ਵੈਸੇ ਭਾਈ ਸਾਹਿਬ ਜੀ ਅੱਗੇ ਖੁਲਾਸਾ ਕਰਦੇ ਨੇ ਮੋਟਾ ਪੇਟ, ਕਵੀ ਜੀ ਲਿਖਦੇ ਨੇ ਉਹਦਾ ਭਗਵਾਨ ਦਾਸ ਘੇਰੜ ਦਾ ਪੇਟ ਜਿਹੜਾ ਕਿ ਉਹ ਵਧਿਆ ਹੋਇਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਬਚਨ ਆਖਿਆ ਕਿ ਤੁਸੀਂ ਬਰਦਾਸ਼ਤ ਕਰ ਲੈਣਾ। ਸਾਹਿਬ ਜੀ ਕਹਿੰਦੇ ਧ੍ਰਿਗ ਅਵੇਗਾ ਜੀਵਿਆ ਜਿਤ ਖਾਏ ਵਧਾਇਆ ਪੇਟ। ਮਹਾਰਾਜ ਸਾਹਿਬ ਜੀ ਕਹਿੰਦੇ ਐਸੀ ਜ਼ਿੰਦਗੀ ਨੂੰ ਲਾਹਨਤ ਕੇ
ਸਾਰੀ ਜ਼ਿੰਦਗੀ ਪਦਾਰਥ ਖਾ ਖਾ ਕੇ ਪੇਟ ਤੇ ਵਧਾਇਆ ਵਾ, ਪਰ ਨਾਮ ਨਹੀਂ ਜਪਿਆ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਘੇਤ। ਅਕਾਲ ਪੁਰਖ ਜੀ ਦਾ ਨਾਮ ਹਿਰਦੇ ਵਿੱਚ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਕੀ ਸਭੋ ਕੁਝ ਇਸ ਬੰਦੇ ਦਾ ਦੁਸ਼ਮਣ ਕੀ ਹੈ। ਕਵੀ ਜੀ ਕਹਿੰਦੇ ਨੇ, ਮੋਟਾ ਪੇਟ ਭਗਵਾਨ ਦਾਸ ਘੇਰੜ ਦਾ ਪੇਟ ਮੋਟਾ ਕੇ, ਜਾਣੀ ਢਿੱਡ ਅੱਗੇ ਵਧਿਆ ਹੋਇਆ ਕੇ। ਓਠ ਵੀ ਮੋਟੇ, ਓਠ ਦਾ ਅਰਥ ਅਗੇ ਬੁੱਲ। ਭਗਵਾਨ ਦਾਸ ਘੇਰੜ ਜਿਹੜਾ ਕਿ ਇਸ ਬੰਦੇ ਦੇ ਬੁੱਲ ਵੀ ਮੋਟੇ ਆ। ਭਾਈ ਸਾਹਿਬ ਜੀ ਕਹਿੰਦੇ ਇਸ ਬੰਦੇ ਦੇ ਬੁੱਲਾਂ ਦਾ ਆਕਾਰ ਵੀ ਬੜਾ ਮੋਟਾ ਕੇ ਜੀ। ਔਰ ਅਗਲੀ ਗੱਲ ਇਹ, ਭਗਵਾਨ ਦਾਸ ਘੇਰੜ ਦਾ ਮੂੰਹ ਵੱਡਾ ਕੇ, ਪਰ ਇਸ ਬੰਦੇ ਦੀਆਂ ਅੱਖਾਂ ਜਿਹੜੀਆਂ ਨੇ ਉਹ ਛੋਟੀਆਂ ਨੇ। ਇਸ ਬੰਦੇ ਦਾ ਮੂੰਹ ਵਾਹਵਾ ਵੱਡਾ ਕੇ, ਔਰ ਭਗਵਾਨ ਦਾਸ ਘੇਰੜ ਜਿਹੜਾ ਗੇ ਉਸ ਬੰਦੇ ਦੀਆਂ ਅੱਖਾਂ ਬਿਲਕੁਲ ਗੇ ਨਿੱਕੀਆਂ ਹਨ ਜੀ। ਕਰਤ ਰਹਿਤ ਜੋ ਢੀਲੀ। ਔਰ ਉਸ ਤੋਂ ਬਾਅਦ ਕਵੀ ਜੀ ਅੱਗੇ ਲਿਖਦੇ, ਭਗਵਾਨ ਦਾਸ ਘੇਰੜ ਜਿਹੜਾ ਗੇ ਇਹ ਧੋਤੀ ਬੰਨ੍ਹ ਕੇ ਰੱਖਦਾ ਗੇ, ਤੇ ਉਹ ਵੀ ਥੋੜੀ ਜਿਹੀ ਢਿੱਲੀ ਰੱਖਦਾ ਗੇ। ਭਾਈ ਸਾਹਿਬ ਜੀ ਕਹਿੰਦੇ ਧੋਤੀ ਬੰਨ੍ਹ ਕੇ ਰੱਖਦਾ ਗੇ ਔਰ ਥੋੜੀ ਜਿਹੀ ਢਿੱਲੀ ਬੰਨ੍ਹ ਕੇ ਰੱਖਦਾ ਗੇ ਜੀ। ਛੋਟੀ ਜੰਤਰ ਲੀ। ਔਰ ਇਸ ਬੰਦੇ ਦੀ ਧੌਣ ਜਿਹੜੀ ਆ ਨਾ ਉਹ ਛੋਟੀ ਆ। ਭਗਵਾਨ ਦਾਸ ਘੇਰੜ ਦੀ ਧੌਣ ਬਹੁਤੀ ਲੰਬੀ ਨਹੀਂ, ਧੌਣ ਛੋਟੀ ਆ। ਕਹਿੰਦੇ ਇਦਾਂ ਲੱਗਦਾ ਜਿਵੇਂ ਬਾਕੀ ਦਾ ਸਰੀਰ ਧੌਣ ਖਾ ਗਿਆ ਹੋਵੇ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਬਾਕੀ ਦੇ ਸਰੀਰ ਨੇ ਧੌਣ ਖਾ ਲਈ ਹੋਵੇ ਤੇ ਥੋੜੀ ਰਹਿ ਗਈ ਹੋਵੇ, ਇਸ ਪ੍ਰਕਾਰ ਭਗਵਾਨ ਦਾਸ ਘੇਰੜ ਜਿਹੜਾ ਗੇ ਇਸ ਬੰਦੇ ਦੀ ਧੌਣ ਵੀ ਬਹੁਤੀ ਨਿੱਕੀ ਗਏ ਜੀ। ਔਰ ਉਸ ਤੋਂ ਬਾਅਦ ਜਿਹੜਾ ਇਹਨੇ ਆਪਣੇ ਗਲ ਵਿੱਚ ਜਾਮਾ ਪਾਇਆ, ਉਸ ਜਾਮੇ ਦੀਆਂ ਜਿਹੜੀਆਂ ਤਣੀਆਂ ਨੇ, ਇਹਨਾਂ ਤਣੀਆਂ ਨੂੰ ਭਗਵਾਨ ਦਾਸ ਘੇਰੜ ਨੇ ਕੋਈ ਬਹੁਤਾ ਘੁੱਟ ਕੇ ਨਹੀਂ ਬੰਨਿਆ, ਉਹ ਤਣੀਆਂ ਵੀ ਇਹਦੀਆਂ ਢਿੱਲੀਆਂ ਹੀ ਆ। ਭਗਵਾਨ ਦਾਸ ਘੇਰੜ ਜਿਹੜਾ ਕਿ ਉਹਦੇ ਜਾਮੇ ਦੀਆਂ ਤਣੀਆਂ ਜਿਹੜੀਆਂ ਨੇ ਉਹ ਵੀ ਢਿੱਲੀਆਂ ਹਨ ਜੀ। ਭਾਈ ਸਾਹਿਬ ਜੀ ਕਹਿੰਦੇ ਇਦਾਂ ਕਹਿ ਲਓ ਵੀ ਇਹ ਬਾਣੀਆਂ ਜਿਵੇਂ ਝਗੜਾ ਕਰਨ ਵਾਸਤੇ ਹੀ ਪੈਦਾ ਹੋਇਆ ਹੋਵੇ। ਸਾਰੀ ਜ਼ਿੰਦਗੀ ਇਹਨੇ ਝਗੜੇ ਕਰ ਛੱਡੇ, ਤੇ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਵੀ ਝਗੜਾ ਹੀ। ਕਵੀ ਜੀ ਕਹਿੰਦੇ ਇਸ ਪ੍ਰਕਾਰ ਕੇ ਜਿਵੇਂ ਇਹ ਬੰਦਾ ਪਰਮਾਤਮਾ ਨੇ ਝਗੜਾ ਕਰਨ ਵਾਸਤੇ ਹੀ ਬਣਾਇਆ ਹੋਵੇ ਜੀ। ਔਰ ਆਪਣੇ ਸਿਰ ਦੇ ਉੱਪਰ ਵਾਹਵਾ ਵੱਡੀ ਤੇ ਢਿੱਲੀ ਇਸ ਬੰਦੇ ਨੇ ਪੱਗ ਵੀ ਬੱਧੀ ਹੋਈ ਹੈ। ਦਸਤਾਰ ਵੱਡੀ ਬੱਧੀ ਗਏ ਪਰ ਉਹਨੂੰ ਕੱਸ ਕੇ ਨਹੀਂ ਬੱਧਿਆ, ਢਿੱਲੀ ਬੱਧੀ ਗਏ। ਕਵੀ ਜੀ ਕਹਿੰਦੇ ਵੱਡੀ ਸਾਰੀ ਪੱਗ ਆ ਔਰ ਸਿਰ ਤੇ ਇਹਨੇ ਢਿੱਲੀ ਜੀ ਬਣ ਕੇ ਰੱਖੀ ਗਏ ਜੀ। ਔਰ ਇਸ ਬੰਦੇ ਨੇ ਆਪਣੇ ਹੱਥ ਵਿੱਚ ਇੱਕ ਸੋਟੀ ਵੀ ਫੜੀ ਹੋਈ ਹੈ। ਹਾਲਾਂਕਿ ਅਜੇ ਸੋਟੀ ਦੇ ਸਹਾਰੇ ਦੀ ਇਹਨੂੰ ਲੋੜ ਨਹੀਂ, ਸਰੀਰ ਇਹਦਾ ਉਵੇਂ ਹੀ ਚੱਲਦਾ ਵਾ, ਪਰ ਫਿਰ ਵੀ ਭਾਈ ਸਾਹਿਬ ਜੀ ਕਹਿੰਦੇ ਇਸ ਬੰਦੇ ਨੇ ਆਪਣੇ ਹੱਥ ਵਿੱਚ ਇੱਕ ਸੋਟੀ ਫੜੀ ਆ ਤੇ ਸੋਟੀ ਨੂੰ ਆਪਣੇ ਤੋਂ ਅੱਗੇ ਰੱਖਦਾ ਗਿਆ। ਅੱਗੇ ਰੱਖ ਕੇ ਸੋਟੀ ਤੇ ਭਗਵਾਨ ਦਾਸ ਘੇਰੜ ਜਿਹੜਾ ਗੇ ਉਹ ਸੋਟੀ ਦੇ ਪਿੱਛੇ ਪਿੱਛੇ ਆਪ ਚੱਲਣਾ ਕਰਦਾ ਗਏ ਜੀ। ਐਨ ਇਸ ਬੰਦੇ ਦਾ ਹਿਰਦਾ ਹੰਕਾਰ ਦੇ ਨਾਲ ਨੱਕਾ ਨੱਕ ਭਰਿਆ ਹੋਇਆ ਕਿ ਤੇ ਭਗਵਾਨ ਦਾਸ ਘੇਰੜ ਜਿਹੜਾ ਗੇ ਉਸ ਥੇ ਨੂੰ ਆਪਣੇ ਘਰ ਦੀ ਮਲਕੀਅਤ ਸਮਝੀ ਬੈਠਾ ਗਿਆ। ਹੰਕਾਰ ਨਾਲ ਹਿਰਦਾ ਭਰਿਆ ਗੇ ਤੇ ਸਾਰੇ ਦਾ ਸਾਰਾ ਥੇ ਜਿਹੜਾ ਗੇ ਇਸ ਥੇ ਨੂੰ ਮੰਨ ਲਓ ਆਪਣਾ ਕੀ ਘਰ ਮੰਨ ਕੇ ਬੈਠਾ ਹੋਵੇ ਜੀ। ਉਹਨਾਂ ਦਿਨਾਂ ਦੇ ਵਿੱਚ ਭਗਵਾਨ ਦਾਸ ਘੇਰੜ ਆਪਣੇ ਬਰਾਬਰ ਹੋਰ ਕਿਸੇ ਨੂੰ ਮੰਨਦਾ ਹੀ ਨਹੀਂ। ਇਹਦਾ ਮਨ ਇਹ ਸੋਚਦਾ ਸੀ ਵੀ ਜਿਵੇਂ ਇਸ ਇਲਾਕੇ ਵਿੱਚ ਮੇਰੇ ਬਰਾਬਰ ਹੋਰ ਕੋਈ ਬੰਦਾ ਹੈਗਾ ਹੀ ਨਹੀਂ। ਭਗਵਾਨ ਦਾਸ ਘੇਰੜ ਜਿਹੜਾ ਗੇ ਉਹ ਆਪਣੇ ਬਰਾਬਰ ਹੋਰ ਕਿਸੇ ਬੰਦੇ ਨੂੰ ਬਿਲਕੁਲ ਹੀ ਨਹੀਂ ਮੰਨਣਾ ਕਰਦਾ ਜੀ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪ੍ਰਤੀ ਇਹ ਸੋਚਦਾ ਹੈ ਵੀ ਗੁਰੂ ਵੀ ਮੇਰੇ ਕੋਲ ਮੇਰੀ ਜਾਤ ਵਿੱਚੋਂ ਹੀ ਆ, ਜਾਣੀ ਕਿ ਗੁਰੂ ਵੀ ਖੱਤਰੀ ਗਏ ਤੇ ਮੈਂ ਵੀ ਖੱਤਰੀ ਆ, ਇਸ ਢੰਗ ਨਾਲ ਸਮਝਦਾ ਵਾ। ਹਾਲਾਂਕਿ ਇਹ ਯਾਦ ਰੱਖਣਾ ਗੁਰੂ ਦੀ ਕੋਈ ਜਾਤ ਨਹੀਂ ਹੁੰਦੀ, ਗੁਰੂ ਦੀ ਕੋਈ ਕੁੱਲ ਵੀ ਨਹੀਂ ਹੁੰਦੀ। ਗੁਰੂ ਬਸ ਗੁਰੂ ਹੁੰਦਾ ਕਿ ਇਸ ਤੋਂ ਅੱਗੇ ਹੋਰ ਕੁਛ ਨਹੀਂ ਹੁੰਦਾ। ਨਾ ਸ਼ਹੀਦਾਂ ਦੀ ਕੋਈ ਜਾਤ ਕੁੱਲ ਹੁੰਦੀ ਕਿ ਉਹ ਸਾਰਿਆਂ ਦੇ ਸਾਂਝੇ ਹੁੰਦੇ। ਇਸੇ ਪ੍ਰਕਾਰ ਗੁਰੂ ਪਰਮੇਸ਼ਰ ਵੀ ਸਾਰਿਆਂ ਦਾ ਸਾਂਝਾ ਕੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਮਣ ਬਾਣੀ ਚ ਆਖਿਆ ਅਧਰਮ ਹੈ
ਕਿ ਮੇਰੇ ਪਰਮਾਤਮਾ ਤੇਰਾ ਕੋਈ ਧਰਮ ਨਹੀਂ ਹੈਗਾ। ਅਸੀਂ ਖਿੱਚ ਕੇ ਨਹੀਂ ਬਾ ਸਕਦੇ ਕਿ ਰੱਬ ਕੱਲਾ ਸਿੱਖਾਂ ਦਾ ਹੀ ਆ, ਤੇ ਹਿੰਦੂ ਵੀ ਨਹੀਂ ਧੱਕਾ ਕਰ ਸਕਦੇ ਕਿ ਰੱਬ ਕੱਲੇ ਹਿੰਦੂਆਂ ਦਾ ਹੀ ਆ। ਮਹਾਰਾਜ ਸਾਹਿਬ ਨੇ ਆਖਿਆ ਅਧਰਮ ਗਏ ਮੇਰੇ ਪਰਮਾਤਮਾ ਤੇਰਾ ਧਰਮ ਕੋਈ ਨਹੀਂ, ਤੂੰ ਧਰਮਾਂ ਤੋਂ ਉੱਤੇ ਗਏ। ਅਕਰਮ ਗਏ ਕਿ ਮੇਰੇ ਪਰਮਾਤਮਾ ਤੇਰੇ ਉੱਪਰ ਕਿਸੇ ਪ੍ਰਕਾਰ ਦੇ ਕਿਸੇ ਕਰਮ ਨੂੰ ਵੀ ਲਾਗੂ ਨਹੀਂ ਕੀਤਾ ਜਾ ਸਕਦਾ। ਉਹ ਪਰਮਾਤਮਾ ਕਰਮਾਂ ਤੋਂ ਵੀ ਰਹਿਤ ਗਏ। ਪਰ ਭਾਈ ਸਾਹਿਬ ਜੀ ਕਹਿੰਦੇ ਭਗਵਾਨ ਦਾਸ ਘੇਰੜ ਜਿਹੜਾ ਅੱਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਜਾਤ ਦਾ ਹੀ ਮੰਨਦਾ ਸੀ, ਉਹ ਇੱਦਾਂ ਸੋਚਦਾ ਸੀ ਕਿ ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੋਢੀਆਂ ਦੇ ਵਿੱਚੋਂ ਖੱਤਰੀ ਕੇ ਪੈਦਾ ਹੋਏ ਹਨ। ਬੜੇ ਸ਼ਰੀਕ ਭਨੋ ਹਿਤ ਹਨ। ਹੁਣ ਕਹਿੰਦੇ ਇਸ ਕਰਕੇ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸ਼ਰੀਕਾ ਕਰਨ ਲੱਗ ਪਿਆ, ਤੇ ਇਹਨੂੰ ਐਉਂ ਲੱਗਾ ਵੀ ਜਿਵੇਂ ਗੁਰੂ ਸਾਹਿਬ ਜੀ ਦੇ ਨਾਲ ਸ਼ਰੀਕਾ ਕਰਾਂਗਾ ਤੇ ਮੇਰਾ ਇਹਦੇ ਵਿੱਚ ਭਲਾ ਹੋਵੇਗਾ। ਰਾਜਨੀਤੀ ਨੇ ਬੰਦਿਆਂ ਨੂੰ ਇੱਕ ਢੰਗ ਤੇ ਸਿਖਾਇਆ ਵਾ, ਪਰ ਉਸ ਢੰਗ ਦਾ ਇੱਥੇ ਆ ਕੇ ਉਹਨੇ ਇਲਾਜ ਨਹੀਂ ਦੱਸਿਆ। ਨੀਤੀ ਕਹਿੰਦੀ ਆ ਕਿ ਮਸ਼ਹੂਰ ਹੋਣ ਦੇ ਤੁਹਾਡੇ ਕੋਲ ਦੋ ਢੰਗ ਨੇ। ਉਹਨਾਂ ਇੱਕ ਢੰਗ ਦੱਸਿਆ ਕਿ ਪਹਿਲਵਾਨਾਂ ਵਾਲਾ। ਉਹ ਕਹਿੰਦੇ ਜਾਂ ਤੇ ਇੰਨੀ ਜ਼ਿਆਦਾ ਮਿਹਨਤ ਕਰੋ, ਇੰਨੀ ਜ਼ਿਆਦਾ ਮਿਹਨਤ ਕਰੋ ਕਿ ਦੁਨੀਆ ਦੇ ਘਰ ਪਹਿਲਵਾਨ ਦੀ ਕੰਡ ਲਵਾ ਦਿਓ ਤੇ ਤੁਹਾਡੀ ਮਸ਼ਹੂਰੀ ਹੋ ਜਾਵੇ ਕਿ ਬੰਦਾ ਬੜਾ ਤਗੜਾ ਵਾ। ਜੇ ਤੁਸੀਂ ਇੰਨੀ ਜ਼ਿਆਦਾ ਮਿਹਨਤ ਨਹੀਂ ਕਰ ਸਕਦੇ, ਘਰ ਪਹਿਲਵਾਨ ਦੀ ਕੰਡ ਨਹੀਂ ਲਵਾ ਸਕਦੇ, ਤੇ ਫਿਰ ਦੁਨੀਆ ਦਾ ਸਿਰ ਕੱਢ ਜਿਹੜਾ ਪਹਿਲਵਾਨ ਕੀ ਉਹਦੇ ਨਾਲ ਜਾ ਕੇ ਕੁਸ਼ਤੀ ਲੜੋ। ਭਾਵੇਂ ਹਾਰ ਵੀ ਜਾਓਗੇ, ਲੋਕਾਂ ਦੇ ਸਾਹਮਣੇ ਤੇ ਆ ਜਾਓਗੇ ਨਾ, ਭਾਵੇਂ ਹਾਰ ਵੀ ਜਾਓਗੇ, ਪਰ ਲੋਕਾਂ ਨੂੰ ਪਤਾ ਲੱਗੇਗਾ ਇਹ ਬੰਦਾ ਵੀ ਹੈਗਾ। ਪਰ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਘਰ ਨੇ ਆਖਿਆ ਨਹੀਂ, ਇੱਦਾਂ ਨਹੀਂ ਕਰਨਾ ਚਾਹੀਦਾ। ਜੇ ਅਗਲਾ ਜ਼ਿਆਦਾ ਹੀ ਤਗੜਾ ਪਹਿਲਵਾਨ ਵੱਜ ਗਿਆ, ਭਲਾ ਲੋਕਾਂ ਦੇ ਸਾਹਮਣੇ ਆਉਂਦਾ ਲੋਕਾਂ ਤੋਂ ਉਹਲੇ ਹੀ ਨਾ ਹੋ ਜਾਂਦਾ ਹੋਏ, ਐਸਾ ਵੀ ਹੋ ਸਕਦਾ ਹੈ। ਅਸਲ ਭਗਵਾਨ ਦਾਸ ਘੇਰੜ ਜਿਹੜਾ ਕਿ ਇੱਦਾਂ ਹੀ ਸੋਚਦਾ ਸੀ, ਉਹਨੂੰ ਪਤਾ ਤੇ ਸੀ ਵੀ ਮੈਂ ਗੁਰੂ ਕੋਲੋਂ ਜਿੱਤ ਨਹੀਂ ਸਕਦਾ, ਪਰ ਉਹਨੇ ਇਹ ਸੋਚਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਨੇ, 4 ਦਿਨ ਝਗੜਾ ਪਾਉਣੇ ਆ ਤੇ ਸਰਕਾਰ ਦੀਆਂ ਨਜ਼ਰਾਂ 'ਚ ਸਾਹਮਣੇ ਤੇ ਆ ਜਾਵਾਂਗੇ ਨਾ, ਸਰਕਾਰ ਇਹ ਤਾਂ ਕਹਿ ਦੇਗੀ ਨਾ ਵੀ ਇਹ ਬੰਦਾ ਸਾਡੀ ਹਮਾਇਤ ਕਰਦਾ, ਭਾਵੇਂ ਹਾਰ ਹੀ ਗਿਆ ਵਾ ਪਰ ਗੁਰੂ ਨਾਲ ਟੱਕਰ ਤਾਂ ਲਈ ਆ ਨਾ ਜਾ ਕੇ। ਪਰ ਇਹਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਸਰਕਾਰ ਦੀਆਂ ਅੱਖਾਂ ਦੇ ਸਾਹਮਣੇ ਤੇ ਕੀ ਆਉਣਾ, ਮੈਂ ਪਰਿਵਾਰ ਦੀਆਂ ਅੱਖਾਂ ਤੋਂ ਵੀ ਉਹਲੇ ਹੋ ਜਾਣਾ। ਇਹਨੂੰ ਇਸ ਗੱਲ ਦਾ ਨਹੀਂ ਸੀ ਪਤਾ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਲੜਾਈ ਕਰਕੇ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸ਼ਰੀਕਾ ਕਰਕੇ ਵੀ ਇਹਦੇ 'ਚੋਂ ਆਪਣਾ ਭਲਾ ਹੀ ਲੱਭਦਾ ਸੀ। ਇਹਨੂੰ ਐਉਂ ਲੱਗਦਾ ਸੀ ਕਿ ਜੇ ਮੈਂ ਗੁਰੂ ਸਾਹਿਬ ਦੇ ਵਿਰੋਧ ਬੋਲਾਂਗਾ ਤੇ 4 ਬੰਦੇ ਮੈਨੂੰ ਜਾਣਨ ਲੱਗ ਪੈਣਗੇ, ਇਸ ਗੱਲ ਦੇ ਵਿੱਚ ਮੇਰਾ ਭਲਾ ਹੋਵੇਗਾ, ਇਸ ਗੱਲ ਦੇ ਵਿੱਚ ਮੇਰਾ ਨਾਮਣਾ ਬਣ ਜਾਵੇਗਾ ਜੀ। ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਤ ਇਹਦੇ ਤੋਂ ਜਰੀ ਨਹੀਂ ਜਾ ਰਹੀ। ਮਹਾਰਾਜ ਸਾਹਿਬ ਜੀ ਕੰਮ ਕਰਵਾ ਰਹੇ ਨੇ, ਪਰ ਇਸ ਗੱਲ ਨੂੰ ਭਗਵਾਨ ਦਾਸ ਘੇਰੜ ਬਰਦਾਸ਼ਤ ਨਹੀਂ ਕਰਦਾ ਪਿਆ। ਇਹ ਗੱਲ ਇਹਦੇ ਤੋਂ ਜਰੀ ਨਹੀਂ ਜਾ ਰਹੀ ਜੀ। ਹੁਣ ਭਾਈ ਸਾਹਿਬ ਜੀ ਕਹਿੰਦੇ ਨਾ ਇਸ ਬੰਦੇ ਦੇ ਅੰਦਰੋਂ ਇਸ ਗੱਲ ਦਾ ਚੇਤਾ ਹੀ ਭੁੱਲਦਾ ਵਾ। ਜਿੱਥੇ ਬਹਿੰਦਾ ਇਹਨੂੰ ਉੱਥੇ ਚੇਤਾ ਆ ਜਾਂਦਾ ਵੀ ਗੁਰੂ ਸਾਹਿਬ ਦਾ ਕੰਧ ਕਰਾ ਰਹੇ ਆ। ਇਸ ਕਰਕੇ ਚਿੰਤਾ ਭਗਵਾਨ ਦਾਸ ਘੇਰੜ ਨੂੰ ਅੰਦਰੋਂ ਅੰਦਰ ਖਾਈ ਜਾ ਰਹੀ ਹੈ। ਇਸ ਬੰਦੇ ਦੇ ਹਿਰਦੇ ਦੇ ਅੰਦਰ ਚਿੰਤਾ ਨੇ ਆ ਕੇ ਆਪਣਾ ਟਿਕਾਣਾ ਕੀਤਾ ਹੈ ਜੀ। ਤੇ ਮਨ ਅੰਦਰ ਸੋਚਦਾ ਹੈ, ਨਾਲੇ ਗੁਰੂ ਹਰਗੋਬਿੰਦ ਸਾਹਿਬ ਵਾਲੇ ਪਾਸੇ ਤੁਰਿਆ ਜਾ ਰਿਹਾ, ਤੇ ਨਾਲੇ ਮਨ ਅੰਦਰ ਸੋਚਦਾ ਹੈ ਮੈਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਵਾਂ, ਤੇ ਜੇ ਮੇਰੇ ਆਖਿਆ ਗੁਰੂ ਹਟ ਜਾਵੇ ਤੇ ਚੰਗੀ ਗੱਲ, ਮੈਂ ਜਾ ਕੇ ਕਹਿ ਦੇਣਾ। ਤੇ ਮੇਰੇ ਆਖਣ ਦੇ ਨਾਲ ਜੇ ਗੁਰੂ ਹਰਗੋਬਿੰਦ ਸਾਹਿਬ ਦੀ ਕੰਧ ਕਰਨ ਤੋਂ ਹਟ ਜਾਣ ਤੇ ਚੰਗੀ ਗੱਲ ਕਹਿ ਦੀ। ਤੇ ਨਾਲੇ ਆਪਣੇ ਮਨ ਹੀ ਮਨ ਵਿੱਚ ਸੋਚਦੇ, ਮੇਰੇ ਮਨ ਆਪਣੇ ਤੇ ਦੋਵੇਂ ਹੱਥ ਲੱਡੂ ਆ ਨਾ, ਜੇ ਮੇਰੇ ਆਖਣ ਦੇ ਨਾਲ ਗੁਰੂ ਹਟ ਗਿਆ ਤੇ ਤਾਂ ਵੀ ਮੇਰੀ ਜੈ ਜੈਕਾਰ ਮੈਂ ਬਾਦਸ਼ਾਹ ਨੂੰ ਕਵਾਂਗਾ, ਵੇਖੋ ਮੈਂ ਦਬਕਾ ਮਾਰ ਕੇ ਭਜਾ ਦਿੱਤੇ ਆ। ਤੇ ਜੇ ਮੇਰੇ ਆਖਿਆ ਨਾ ਹਟਿਆ ਤੇ ਆਪਾਂ ਬਾਦਸ਼ਾਹ ਦੀ ਫੌਜ ਲੈ ਆਉਣੀ ਹੈ, ਫੌਜਾਂ ਨਾਲ ਮੁਕਾਬਲਾ ਹੋਏਗਾ, ਗੁਰੂ ਮਾਰਿਆ ਜਾਏਗਾ, ਆਪਣੀ ਤਾਂ ਵੀ ਜੈ ਜੈਕਾਰ, ਕਿਉਂਕਿ ਬਾਦਸ਼ਾਹ ਨੂੰ ਇਤਲਾਹ ਤੇ ਦਿੱਤੀ ਹੈ ਨਾ। ਇਸ ਪ੍ਰਕਾਰ ਆਪਣੇ ਮਨ ਵਿੱਚ ਸੋਚਦਾ ਕਿ ਕਹਿੰਦਾ ਮੇਰੇ ਮਨ ਜੇ ਗੁਰੂ ਮੇਰੇ ਆਕੇ ਖੱਟ ਜਾਵੇ ਤੇ ਚੰਗੀ ਗੱਲ ਕਿ ਅਗਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮੇਰੇ ਆਖਿਆ ਨਹੀਂ ਹਟਦੇ ਤੇ ਇਹਨਾਂ ਨੂੰ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਸਾਰੇ ਦੁੱਖਾਂ ਨੂੰ ਮੁਕਾਬਲਾ ਕਰਨਾ ਪਏਗਾ ਜੀ। ਚਿਤ ਥਾਨ ਗੁਰੂ ਟਿਕ ਚੱਲਿਓ। ਇਹ ਸਾਰੇ ਦੀਆਂ ਸਾਰੀਆਂ ਗੱਲਾਂ ਆਪਣੇ ਮਨ ਵਿੱਚ ਸੋਚਦਾ ਭਗਵਾਨ ਦਾਸ ਘੇਰੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਲ ਚੱਲ ਪਏ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਉਸ ਅਸਥਾਨ ਵਾਲੇ ਪਾਸੇ ਤੁਰ ਪਿਆ ਗਏ ਤੇ ਕਹਿੰਦੇ ਈਰਖਾ ਦੀ ਅੱਗ ਨੇ ਭਗਵਾਨ ਦਾਸ ਘੇਰੜ ਦਾ ਅੰਦਰ ਸਾੜ ਕੇ ਸੁਆਹ ਕੀਤਾ ਹੋਇਆ ਵਾ। ਈਰਖਾ ਦੇ ਭਾਂਬੜਾ ਨੇ ਭਗਵਾਨ ਦਾਸ ਘੇਰੜ ਦਾ ਗਿਰਦਾ ਜਿਹੜਾ ਗਏ ਉਸ ਨੂੰ ਸੁਆਹ ਸਾੜ ਕੇ ਰਾਖ ਕਰ ਦਿੱਤਾ ਗਏ ਜੀ। ਹੁਣ ਕਹਿੰਦੇ ਨੇ ਇੰਨਾ ਜ਼ਿਆਦਾ ਇਸ ਬੰਦੇ ਨੂੰ ਗੁੱਸਾ ਆਇਆ ਵੀ ਕ੍ਰੋਧ ਦੀ ਆਹੂਤੀ ਜਿਹੜੀ ਆ ਨਾ ਉਹ ਪਹਿਲਾਂ ਨਾਲੋਂ ਵੀ ਪ੍ਰਚੰਡ ਹੋ ਗਈ ਆ। ਕ੍ਰੋਧ ਦੀ ਅੱਗ ਭਗਵਾਨ ਦਾਸ ਘੇਰੜ ਦੇ ਹਿਰਦੇ ਦੇ ਅੰਦਰੋਂ ਪਹਿਲਾਂ ਨਾਲੋਂ ਵੀ ਤੇਜ਼ ਹੋ ਗਈ ਗਏ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਵੇਂ ਜਿਵੇਂ ਜਸ ਸੁਣਦਾ ਹੈ ਨਾ ਭਗਵਾਨ ਦਾਸ ਘੇਰੜ, ਇਹਨੂੰ ਇਦਾਂ ਦੁੱਖ ਹੁੰਦਾ ਹੈ ਜਿਵੇਂ ਕਿਸੇ ਨੇ ਪੱਕੇ ਕੋਈ ਜ਼ਖਮ ਤੇ ਸੋਟਾ ਮਾਰ ਦਿੱਤਾ ਹੋਵੇ। ਪੱਕੇ ਜ਼ਖਮ ਤੇ ਕੋਈ ਬੰਦਾ ਸੋਟਾ ਮਾਰ ਦੇਵੇ ਤੇ ਬੜੀ ਦਰਦ ਹੁੰਦੀ ਆ। ਇਸੇ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੁਣ ਕੇ ਭਗਵਾਨ ਦਾਸ ਘੇਰੜ ਦਾ ਹਿਰਦਾ ਦੁਖੀ ਹੁੰਦਾ ਜਾਂਦਾ ਗਿਆ। ਭਗਵਾਨ ਦਾਸ ਘੇਰੜ ਦੇ ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਦੁੱਖ ਪੈਦਾ ਹੁੰਦਾ ਗਿਆ ਜੀ। ਮਤ ਮੋਟੀ ਬੜ ਦੁਸ਼ਟ ਕੀ ਚਲ ਆਇਓ ਗੁਰ ਪਾਸ। ਇਸ ਦੁਸ਼ਟ ਬੰਦੇ ਦੀ ਬਹੁਤ ਜ਼ਿਆਦਾ ਮਤ ਮੋਟੀ ਕੇ ਅਕਲ ਦਾ ਮੋਟਾ ਕੇ ਤੇ ਚੱਲਦਾ ਚੱਲਦਾ ਭਗਵਾਨ ਦਾਸ ਘੇਰੜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਿਆ। ਮੇਰੀ ਅਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਜ਼ਦੀਕ ਆ ਗਿਆ ਗਏ ਜੀ। ਰੋਸ ਖਤ ਜੋਤ ਜਮਾ ਸਮਤਾ ਚੈ ਸਪਤਾਸ। ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਪਤਾਸ ਨੇ। ਸਪਤਾਸ ਦਾ ਅਰਥ ਆ ਜੀ ਸੂਰਜ। ਤੇ ਭਗਵਾਨ ਦਾਸ ਘੇਰੜ ਜਿਹੜਾ ਗਏ ਉਹ ਇੱਕ ਟਟਿਆਣੇ ਵਰਗਾ ਗਏ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਉਹ ਨਿੱਕਾ ਜਿਹਾ ਜੀਵ ਸੂਰਜ ਦਾ ਮੁਕਾਬਲਾ ਕਰਨਾ ਚਾਹੇ ਤੇ ਕਰ ਸਕਦਾ ਹੈ ਭਲਾ। ਰਾਤ ਦੇ ਸਮੇਂ ਹਨੇਰੇ ਵਿੱਚ ਉੱਡਦਾ ਜੁਗਨੂੰ ਕਹਿ ਲਓ ਮਾੜਾ ਮੋਟਾ ਚਾਨਣ ਕਰਦਾ ਏ ਤੇ ਜੇ ਇਹ ਆਖੇ ਵੀ ਮੇਰਾ ਹੀ ਚਾਨਣ ਸਾਰੀ ਦੁਨੀਆ ਨੂੰ ਮਿਲਦਾ ਪਿਆ ਤੇ ਗੱਲ ਗਲਤ ਆ ਨਾ। ਜਦੋਂ ਸਵੇਰੇ ਸੂਰਜ ਚੜ੍ਹੇਗਾ ਚਾਨਣ ਤੇ ਕੀ ਇਹ ਆਪ ਵੀ ਦਿਸਣੋਂ ਹਟ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਤੇ ਭਗਵਾਨ ਦਾਸ ਘੇਰੜ ਦੀਆਂ ਮਨਮਾਨੀਆਂ ਚੱਲਦੀਆਂ ਪਈਆਂ ਸਨ। ਲੋਕ ਕਹਿੰਦੇ ਤੋਂ ਡਰਦੇ ਸਨ, ਪਰ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆ ਗਏ, ਉਹਨਾਂ ਸਾਹਮਣੇ ਮਨਮਾਨੀ ਕਿੱਦਾਂ ਚੱਲੇ। ਕਵੀ ਜੀ ਕਹਿੰਦੇ ਜਿਵੇਂ ਇੱਕ ਜੁਗ ਨੂੰ ਸੂਰਜ ਦਾ ਮੁਕਾਬਲਾ ਕਰਨ ਦਾ ਸੋਚਦਾ ਹੈ ਨਾ, ਇਸੇ ਪ੍ਰਕਾਰ ਭਗਵਾਨ ਦਾਸ ਘੇਰੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੁਕਾਬਲਾ ਕਰਨਾ ਚਾਹੁੰਦਾ ਗਏ ਜੀ। ਬੈਠੋ ਨਿਕਟ ਨਾ ਬੰਧਨ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਕੇ ਇਹਨੇ ਮੱਥਾ ਨਹੀਂ ਟੇਕਿਆ। ਸਿੱਧਾ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬਹਿ ਗਏ। ਗੱਲ ਆ ਕਿ ਭਾਈ ਵੀਰ ਸਿੰਘ ਨੇ ਤਾਂ ਇੱਥੋਂ ਤੱਕ ਲਿਖੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਲੰਗ ਤੇ ਬਹਿ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਬਹਿ ਗਿਆ ਕਿ ਤੇ ਭਗਵਾਨ ਦਾਸ ਘੇਰੜ ਨੇ ਕਿਸੇ ਪ੍ਰਕਾਰ ਵੀ ਸਾਹਿਬਾਂ ਦੇ ਚਰਨਾਂ ਤੇ ਨਮਸਕਾਰ ਨਹੀਂ ਕੀਤੀ ਜੀ। ਤੇ ਜਿਵੇਂ ਕੋਈ ਮੂਰਖ ਬੰਦਾ ਕਿਸੇ ਨੂੰ ਬੋਲਦਾ ਹੈ ਨਾ, ਮਤ ਬੁੱਧੀ ਤੋਂ ਘਟੀਆ ਇਨਸਾਨ ਜਿਵੇਂ ਬੋਲਦਾ ਵਾ, ਇਸੇ ਪ੍ਰਕਾਰ ਮੂਰਖਾਂ ਦੇ ਵਾਂਗ ਭਗਵਾਨ ਦਾਸ ਘੇਰੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਬੋਧਨ ਹੋ ਕੇ ਬੋਲਿਆ ਕਿ ਭਾਈ ਅਰਜਨ ਕੇ ਨੰਦ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕੋਈ ਇਹਨੇ ਗੁਰੂ ਨਹੀਂ ਆਖਿਆ ਤੇ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਨਹੀਂ ਲਿਆ, ਸਗੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਨਾਮ ਲਿਆ ਵਾ। ਜਿਵੇਂ ਦੁਨੀਆ ਦੇ ਲੋਕਾਂ ਦਾ ਇੱਕ ਸੁਭਾਅ ਆ ਨਾ, ਅੱਜ ਵੀ ਮੂਰਖ ਬੰਦਿਆਂ ਦਾ, ਸਿਆਣਿਆਂ ਦਾ ਨਹੀਂ। ਗਲਤੀ ਭਾਵੇਂ ਬੱਚਾ ਕਰੇ ਤੇ ਪਿਓ ਦਾ ਅੱਧਾ ਨਾਂ ਲੈ ਕੇ ਆਵਾਜ਼ ਮਾਰਨਗੇ ਫਲਾਣੇ ਵਾਲਾ ਵਾ। ਇਹ ਲੋਕਾਂ ਦਾ ਸੁਭਾਅ ਵਾ ਤੇ ਸਿਆਣੇ ਵਿਦਵਾਨ ਕਹਿੰਦੇ ਇਹਨਾਂ ਗੱਲਾਂ ਤੋਂ ਪਛਾਣਿਆ ਜਾਂਦਾ ਵੀ ਇਹ ਮੂਰਖ ਬੰਦਾ ਹੈ। ਕਿਉਂਕਿ ਗਲਤੀ ਤਾਂ ਬੱਚੇ ਨੇ ਕੀਤੀ, ਬਾਪ ਨੇ ਥੋੜ੍ਹਾ ਕੀਤੀ ਹੈ। ਤੇ ਬਾਪ ਦਾਦਾ ਨਾਂ ਲੈਣ ਦਾ ਭਲਾ ਕੀ ਮਤਲਬ ਹੋਇਆ? ਪਰ ਲੋਕ ਕਹਿੰਦੇ ਵਿੱਚ ਆਪਣਾ ਵੱਡਪਣ ਸਮਝਦੇ ਆ। ਇਸੇ ਪ੍ਰਕਾਰ ਭਗਵਾਨ ਦਾਸ ਘੇਰੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆਏ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਤਿਕਾਰ ਨਾਲ ਨਹੀਂ ਲਿਆ। ਕਹਿੰਦਾ ਅਰਜਨ ਦੇਵ ਦੇ ਪੁੱਤਰ ਪਹਿਲਾਂ ਮੈਨੂੰ ਇਹ ਦੱਸ
ਸ੍ਰੀ ਗੁਰੂ ਅਰਜਨ ਦੇਵ ਨੇ ਆਖਿਆ, ਕਹਿੰਦਾ ਕਿ ਅਰਜਨ ਦੇ ਪੁੱਤਰ ਕਿਰਪਾ ਕਰਕੇ ਮੈਨੂੰ ਇਸ ਗੱਲ ਦਾ ਜਵਾਬ ਦੇਣਾ ਕਰ ਜੀ। ਕੀਨਸ ਉਤਪਾਤ ਬਲੰਦਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਗੋਂ ਆਖਿਆ, ਦੱਸ ਭਗਵਾਨ ਦਾਸ ਕੀ ਗੱਲ ਆ? ਤੇ ਆਖਣ ਲੱਗਾ ਕਿ ਅਰਜਨ ਦੇ ਪੁੱਤਰ ਇਹ ਤੇ ਝਗੜਾ ਕਿਹੜੀ ਗੱਲ ਦਾ ਪੈਦਾ ਕੀਤਾ ਜੀ? ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾਦਾ ਨਾਂ ਲੈ ਕੇ ਇਦਾਂ ਕਹਿ ਰਹੇ, ਆਖਣ ਲੱਗਾ ਮੈਨੂੰ ਇਹ ਦੱਸ ਕਿਸ ਜਗ੍ਹਾ ਤੇ ਆ ਕੇ ਤੂੰ ਉਤਪਾਤ ਖੜਾ ਕਰ ਦਿੱਤਾ ਕਿ ਜਾਣੇ ਕਿ ਇਸ ਜਗ੍ਹਾ ਤੇ ਬਹੁਤ ਵੱਡਾ ਤੂੰ ਝਗੜਾ ਪੈਦਾ ਕਰ ਦਿੱਤਾ ਕਿ ਜੀ। ਭੂਮੀ ਕੋ ਮਾਲਕ ਕੋਈ। ਤੇ ਜਿਵੇਂ ਇਹਨੂੰ ਆਪਣੇ ਪਿੰਡਾਂ ਤੋਂ ਸਮਝਾਂਗੇ ਨਾ ਫਿਰ ਸੌਖਾ ਸਮਝ ਆਏਗਾ। ਜਿਵੇਂ ਕੋਈ ਬੰਦਾ ਕਿਸੇ ਨੂੰ ਕਹਿੰਦਾ ਹੈ ਨਾ ਵੀ ਤੂੰ ਮਾਲਕ ਆ ਭਲਾ ਇੱਥੋਂ ਦਾ, ਇਸ ਢੰਗ ਨਾਲ ਉਹਨੇ ਮਹਾਰਾਜ ਨੂੰ ਆਖਰ ਲੱਗਾ ਤੁਸੀਂ ਮਾਲਕ ਹੋ ਇਸ ਜਗ੍ਹਾ ਦੇ ਭਲਾ? ਕਿ ਤੁਹਾਡੇ ਕੋਲ ਹੈ ਕੋਈ ਇਦਾਂ ਦਾ ਕਾਗਜ਼ ਪੱਤਰ ਵੀ ਜਿਹਦੇ ਤੋਂ ਸਾਬਤ ਹੋਵੇ ਤੁਸੀਂ ਮਾਲਕ ਹੋ? ਮਹਾਰਾਜ ਸਾਹਿਬ ਨੂੰ ਕਹਿਣ ਲੱਗਾ ਕਿ ਤੁਸੀਂ ਇੱਥੋਂ ਦੇ ਮਾਲਕ ਹੋ ਜੀ। ਕਿ ਨਹੀਂ ਜਾਣੇ ਕੋ ਸੋਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਅੱਗੋਂ ਕਹਿੰਦਾ, ਕਿਸੇ ਤੋਂ ਪੁੱਛਿਆ ਦੱਸਿਆ ਵੀ ਅਕੰਦ ਕਰਨ ਲੱਗਿਆ ਕਿ ਐਵੇਂ ਕਰ ਦਿੱਤੀ ਹੈ। ਜਿਵੇਂ ਕੋਈ ਬੰਦਾ ਕਿਸੇ ਨੂੰ ਸਵਾਲੀਆ ਚਿੰਨ੍ਹ ਕਹਿ ਲਓ, ਇਹਨੂੰ ਸਵਾਲ ਕਰਦਾ ਵਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਤੁਸਾਂ ਨੇ ਕਿਸੇ ਤੋਂ ਪੁੱਛਿਆ ਵੀ ਆ ਕਿ ਜਾਂ ਫਿਰ ਬਿਨਾਂ ਪੁੱਛਣ ਤੋਂ ਹੀ ਕੰਮ ਕਰ ਦਿੱਤਾ? ਕੀ ਤੁਸੀਂ ਮਾਲਕ ਹੋ ਇੱਥੋਂ ਦੇ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਦਾਂ ਆਖਦਾ ਪਿਆ ਕਿ ਜੀ ਤੇ ਭੋਜਨ ਕਰ ਲੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਫੇਰ ਆਖਣ ਲੱਗਾ, ਜੇ ਕਿਸੇ ਤੋਂ ਪੁੱਛਿਆ ਵਾ ਨਾ ਤੁਸੀਂ ਕਿਲ੍ਹਾ ਬਣਾਉਣ ਲੱਗਿਆ ਤੇ ਲਓ ਮੈਨੂੰ ਉਹਦਾ ਨਾਂ ਦੱਸੋ ਵੀ ਕਹਿੰਦੇ ਤੋਂ ਪੁੱਛਿਆ ਤੁਸਾਂ ਨੇ? ਕਿਸੇ ਨਾਲ ਤੁਹਾਡੀ ਗੱਲ ਹੋਈ ਹੋਵੇ ਕਿ ਫਲਾਨਾ ਸੋ ਨਾਲ ਅਸੀਂ ਗੱਲ ਕੀਤੀ ਸੀ, ਉਹਨੇ ਆਖਿਆ ਵੀ ਬਣਾ ਲਓ। ਮਹਾਰਾਜ ਸਾਹਿਬ ਨੂੰ ਕਹਿੰਦਾ, ਜੇ ਤੁਸੀਂ ਇਦਾਂ ਕਿਸੇ ਤੋਂ ਪੁੱਛਿਆ ਗਏ ਤੇ ਮੈਨੂੰ ਦੱਸ ਦੇਣਾ ਕਰੋ ਜੀ। ਤੇ ਅਗਲੀ ਗੱਲ ਆਖਣ ਲੱਗਾ, ਜੇ ਤੁਸੀਂ ਇਸ ਜਗ੍ਹਾ ਤੇ ਕੋਈ ਮਾਇਆ ਖਰਚ ਕੀਤੀ ਹੋਵੇ, ਕਿਸੇ ਬੰਦੇ ਨੂੰ ਮੁੱਲ ਦਿੱਤਾ ਹੋਵੇ ਇਸ ਜਗ੍ਹਾ ਦਾ, ਪੈਸੇ ਦਿੱਤੇ ਹੋਣ, ਤੇ ਤਾਂ ਵੀ ਮੈਨੂੰ ਦੱਸੋ ਵੀ ਤੁਸੀਂ ਕਿਸੇ ਬੰਦੇ ਨੂੰ ਮਾਇਆ ਦੇ ਕੇ ਜਗ੍ਹਾ ਮੁੱਲ ਲਈ ਹੈ। ਤਾਂ ਵੀ ਮੈਨੂੰ ਇਹ ਦੱਸੋ ਕਿ ਕਿੰਨੀ ਮਾਇਆ ਦੇ ਕੇ ਤੁਸਾਂ ਨੇ ਇਹ ਜਗ੍ਹਾ ਮੁੱਲ ਖਰੀਦਣਾ ਕੀਤੀ ਗਏ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ ਜੀ। ਸੱਚੀ ਗੱਲ ਇਹ ਆ ਸੰਗਤ ਦੇ, ਕੋਈ ਬੰਦਾ ਬੜੇ ਕ੍ਰੋਧ ਨਾਲ ਆਇਆ ਹੋਵੇ ਤੇ ਗੁੱਸੇ ਨਾਲ ਤੁਹਾਡੇ ਉੱਪਰ ਸਵਾਲ ਕਰਦਾ ਪਿਆ ਹੋਵੇ, ਤੁਸੀਂ ਮੁਸਕਰਾ ਕੇ ਜਵਾਬ ਦੇ ਦਿਓ ਤੇ ਅੱਧੀ ਕਹਾਣੀ ਹੁੰਦੀ ਉਦੋਂ ਹੀ ਖਤਮ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ ਤੇ ਮੁਸਕਰਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ ਭਗਵਾਨ ਦਾਸ ਘੇਰੜ ਨੂੰ ਜਵਾਬ ਦੇਣ ਲੱਗੇ ਗਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਗਵਾਨ ਦਾਸ ਅਸੀਂ ਹੋਰ ਤੇ ਕੋਈ ਝਗੜਾ ਨਾ ਪੈਦਾ ਕੀਤਾ ਤੇ ਨਾ ਕਰਨਾ ਹੀ ਆ, ਪਰ ਸਹਿਜ ਜੀ ਕਹਿੰਦੇ ਪਾਪੀਆਂ ਦੇ ਵਾਸਤੇ ਅਸੀਂ ਆਫਤ ਜ਼ਰੂਰ ਪੈਦਾ ਕਰ ਦਿੱਤੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਚਨ, ਜਿਹੜੇ ਦੁਸ਼ਟ ਬੰਦੇ ਨੇ, ਪਾਪੀ ਬੰਦੇ ਨੇ, ਕਿ ਭਗਵਾਨ ਦਾਸ ਉਹਨਾਂ ਵਾਸਤੇ ਅਸਾਂ ਨੇ ਇੱਕ ਤੂਫਾਨ ਨੂੰ ਜਨਮ ਦੇ ਕੇ ਰੱਖ ਦਿੱਤਾ ਕਿ ਜੀ। ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਅਗਲੀ ਗੱਲ ਤੋਂ ਇਹ ਪੁੱਛੇ ਵੀ ਤੁਸੀਂ ਇਸ ਧਰਤੀ ਦੇ ਮਾਲਕ ਹੋ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਾਰੀ ਧਰਤੀ ਦਾ ਮਾਲਕ ਅਕਾਲ ਪੁਰਖ ਪਰਮਾਤਮਾ ਆਪ ਹੀ ਹੈ, ਕਰਤਾ ਪੁਰਖ ਭੂਮ ਕੋ ਮਾਲਕ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਾਰੀ ਧਰਤੀ ਦਾ ਮਾਲਕ ਮੇਰਾ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਆਪ ਹੀ ਹੈ ਜੀ। ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਅਕਾਲ ਪੁਰਖ ਪਰਮਾਤਮਾ ਖੁਦ ਮਾਲਕ ਆ ਤੇ ਦੱਸੋ ਫਿਰ ਸਾਡਾ ਹੋਰ ਕਿਸੇ ਨਾਲ ਕੀ ਸੰਬੰਧ ਹੋ ਸਕਦਾ ਵਾ? ਅਸੀਂ ਤੇ ਖਸਮ ਦੇ ਸੇਵਾਦਾਰ। ਸਹਿਬ ਜੀ ਕਹਿੰਦੇ, ਅਕਾਲ ਪੁਰਖ ਧਰਤੀ ਦਾ ਮਾਲਕ ਗਏ, ਇਸ ਕਰਕੇ ਕਿ ਭਗਵਾਨ ਦਾਸ ਸਾਡਾ ਸਿੱਧਾ ਸੰਬੰਧ ਪਰਮਾਤਮਾ ਦੇ ਨਾਲ ਗਏ ਜੀ। ਪਰ ਮਹਾਰਾਜ ਸਾਹਿਬ ਨੇ ਆਖਿਆ, ਤੀਜਾ ਤੂੰ ਇਹ ਸਵਾਲ ਕੀਤਾ ਸੀ ਵੀ ਪੁੱਛਿਆ ਕਿੰਦੇ ਤੋਂ? ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਜਿਹੜਾ ਕਰਤਾ ਪੁਰਖ ਮਾਲਕ ਆਣਾ ਧਰਤੀ ਦਾ ਸੀ, ਉਸ ਕਰਤੇ ਪੁਰਖ ਨੇ ਪੁੱਛਿਆ। ਮਹਾਰਾਜ ਸਾਹਿਬ ਜੀ ਕਹਿੰਦੇ, ਉਹਦੇ ਨਾਲ ਗੱਲ ਕੀਤੀ ਗਏ ਔਰ ਉਸ ਪਰਮਾਤਮਾ ਦੇ ਕੋਲੋਂ ਗਏ ਭਗਵਾਨ ਦਾਸ ਅਸਾਂ ਨੇ ਪੁੱਛਣਾ ਕੀਤਾ ਕਿ ਜੀ। ਔਰ ਮਹਾਰਾਜ ਸਾਹਿਬ ਜੀ ਕਹਿੰਦੇ, ਉਸ ਅਕਾਲ ਪੁਰਖ ਜੀ ਦੇ ਕੋਲੋਂ ਪੁੱਛ ਕੇ ਨਾ ਤੇ ਭਗਵਾਨ ਦਾਸ ਇਸ ਜਗ੍ਹਾ ਤੇ ਨਗਰ ਵਸਾਉਣ ਦਾ ਸੀ ਆਪਣੇ ਮਨ ਵਿੱਚ ਸੰਕਲਪ ਪੈਦਾ ਕੀਤਾ, ਖਿਆਲ ਪੈਦਾ ਕੀਤਾ ਕਿ ਭਗਵਾਨ ਦਾਸ ਅਕਾਲ ਪੁਰਖ ਦੇ ਨਾਲ ਗੱਲ ਕਰਕੇ ਇੱਥੇ ਨਵਾਂ ਪਿੰਡ ਵਸਾਉਣ ਦਾ ਸਾਡੇ ਹਿਰਦੇ ਅੰਦਰ ਫੁਰਨਾ ਪੈਦਾ ਹੋ ਗਿਆ ਕਿ ਜੀ।
ਪਰਚਿਓ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਾਡਾ ਮਨ ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਅਕਾਲ ਪੁਰਖ ਦਾ ਪ੍ਰੇਮ ਜਿਹੜਾ ਗੇ ਉਸ ਪਰਮਾਤਮਾ ਦੇ ਪ੍ਰੇਮ ਦਾ ਰੰਗ ਸਾਡੇ ਮਨ ਨੂੰ ਚੜ ਚੁੱਕਾ ਗਏ ਜੀ। ਸਾਹਿਤ ਇਹੀ ਮੋਲ ਹਮ ਤੇ ਮਹਾਰਾਜ ਸਾਹਿਬ ਨੇ ਆਖਿਆ ਜਦੋਂ ਕੋਈ ਬੰਦਾ ਆਪਣਾ ਮਨ ਹੀ ਆਪਣੇ ਗੁਰੂ ਨੂੰ ਦੇ ਦਿੰਦਾ ਹੈ ਨਾ, ਉਹਨੂੰ ਫਿਰ ਮਾਇਆ ਦੇਣ ਦੀ ਲੋੜ ਨਹੀਂ ਪੈਂਦੀ, ਧਨ ਪਦਾਰਥ ਦੇਣ ਦੀ ਲੋੜ ਨਹੀਂ ਪੈਂਦੀ। ਭਗਵਾਨ ਦਾਸ ਅਸੀਂ ਆਪਣਾ ਮਨ ਹੀ ਆਪਣੇ ਪਰਮਾਤਮਾ ਨੂੰ ਦਿੱਤਾ ਗੇ, ਤੇ ਜਦੋਂ ਮਨ ਹੀ ਪਰਮਾਤਮਾ ਨੂੰ ਦੇ ਦਿੱਤਾ ਤੇ ਦੱਸ ਹੋਰ ਅਸੀਂ ਰੱਬ ਨੂੰ ਭਲਾ ਕੀ ਦੇਣਾ ਹੈ। ਅਸੀਂ ਆਪਣੇ ਪਰਮਾਤਮਾ ਨੂੰ ਆਪਣਾ ਮਨ ਦਿੱਤਾ ਗੇ ਤੇ ਇਹ ਮੁੱਲ ਅਸੀਂ ਪਰਮਾਤਮਾ ਨੂੰ ਦੇ ਦੇਣਾ ਕੀਤਾ ਗੇ ਜੀ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਜੇ ਤੂੰ ਇਹ ਸੋਚੇ ਵੀ ਇੱਥੇ ਆ ਕੇ ਅਸੀਂ ਕਿਸੇ ਪਿੰਡ ਦੇ ਬੰਦੇ ਤੋਂ ਪੁੱਛਿਆ ਹੋਏਗਾ, ਮਹਾਰਾਜ ਸਾਹਿਬ ਜੀ ਕਹਿੰਦੇ ਹੋਰ ਕਿਸੇ ਨਾਲ ਭਗਵਾਨ ਦਾਸ ਅਸੀਂ ਕੋਈ ਗੱਲ ਨਹੀਂ ਕੀਤੀ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਕਿ ਅਸੀਂ ਕਿਸੇ ਬੰਦੇ ਨੂੰ ਪੁੱਛਣਾ ਕੀਤਾ ਕਿ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਤੇ ਇਹ ਜਾਣਿਆ ਕਿ ਪਰਮਾਤਮਾ ਜਿਹੜਾ ਕਿ ਉਹ ਰਾਜਿਆਂ ਦਾ ਵੱਡਾ ਰਾਜਾ ਹੈ। ਅਸੀਂ ਤੇ ਇਹ ਜਾਣਿਆ ਕਿ ਅਕਾਲ ਪੁਰਖ ਜਿਹੜਾ ਕਿ ਉਹ ਰਾਜਿਆਂ ਦਾ ਵੀ ਖਸਮ ਰਾਜਾ ਹੈ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਆਂ ਇਹਨਾਂ ਗੱਲਾਂ ਨੂੰ ਸੁਣਿਆ ਤੇ ਉਹ ਕੱਚੀ ਮੱਤ ਦਾ ਮਾਲਕ ਭਗਵਾਨ ਦਾਸ ਫੇਰ ਮਹਾਰਾਜ ਨੂੰ ਬੋਲਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਹੋ ਕੇ ਫੇਰ ਕਹਿਣ ਲੱਗਾ ਕਿ ਜੀ ਜਿਵੇਂ ਆਪਾਂ ਕਹਿੰਦੇ ਆ ਨਾ ਤੂੰ ਵੱਡਾ ਭਗਤ ਬਣਿਆ ਫਿਰਦਾ ਹੈ, ਕਿਸੇ ਨੂੰ ਲੋਕ ਕਹਿ ਦਿੰਦੇ ਆ ਨਾ, ਜਾਂ ਕੋਈ ਕਹਿੰਦਾ ਵੇਖੋ ਆ ਬੜਾ ਵੱਡਾ ਭਗਤ ਜੀ, ਕਈ ਵਾਰੀ ਮਜ਼ਾਕੀਆ ਢੰਗ 'ਚ ਆਪਾਂ ਆਖਦੇ ਹਾਂ, ਇਹ ਇਸ ਢੰਗ ਨਾਲ ਗੱਲ ਹੋ ਰਹੀ ਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਸ਼ਾਰਾ ਕਰਕੇ ਭਗਵਾਨ ਦਾਸ ਕਹਿੰਦਾ ਆਹੋ ਤੂੰ ਬਹੁਤ ਵੱਡਾ ਭਗਤ ਬਣਿਆ ਫਿਰਦਾ ਹੈ। ਇਹ ਮਹਾਰਾਜ ਨੂੰ ਉਹਨੇ ਗੱਲ ਆਖੀ। ਹਾਲਾਂਕਿ ਸਾਡਾ ਫਰਜ਼ ਨਹੀਂ ਗੁਰੂ ਪ੍ਰਤੀ ਇਹ ਸ਼ਬਦ ਆਪਣੀ ਰਸਨਾ 'ਚੋਂ ਕਹੀਏ, ਪਰ ਜੇ ਨਾ ਕਵਾਂਗੇ ਫਿਰ ਸੰਗਤ ਤੱਕ ਇਤਿਹਾਸ ਨਹੀਂ ਆਏਗਾ। ਇਤਿਹਾਸ ਦੇ ਵਿਦਿਆਰਥੀ ਦੀ ਇੱਕ ਮਜਬੂਰੀ ਉਹਨੂੰ ਕਹਿਣਾ ਹੀ ਪੈਂਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਅੱਗੋਂ ਤੂੰ ਬਣਿਆ ਵੱਡਾ ਭਗਤ। ਮਹਾਰਾਜ ਸਾਹਿਬ ਨੂੰ ਕਹਿੰਦਾ ਆਹੋ ਮੈਨੂੰ ਪਤਾ ਕਿ ਤੂੰ ਵੱਡਾ ਫਕੀਰ ਬਣਿਆ ਬੈਠਾ। ਕਹਿੰਦੀ ਪਹਿਲੇ ਦਿਨ ਤੋਂ ਨਾ ਸੰਸਾਰ ਭਰ ਦੇ ਲੋਕਾਂ ਨੇ ਇੱਕ ਗੱਲ ਸੋਚੀ ਆ ਕਿ ਭਗਤ ਜਿਹੜਾ ਨਾ ਫਕੀਰ ਇਹ ਆਪਣੇ ਕੋਲ ਸ਼ਸਤਰ ਨਾ ਰੱਖੇ। ਪਤਾ ਕਿਉਂ? ਲੋਕ ਇਹ ਸੋਚਦੇ ਆ ਵੀ ਅਸੀਂ ਭਾਵੇਂ ਚਪੇੜਾ ਮਾਰੇ ਜਾਈਏ ਪਰ ਬੰਦਗੀ ਵਾਲਾ ਅੱਗੋਂ ਬੋਲੇ ਹੀ ਨਾ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਗੱਲ ਦਾ ਖੰਡਨ ਕੀਤਾ ਹੈ। ਗੁਰੂ ਨਾਨਕ ਮਹਾਰਾਜ ਦੇ ਘਰਾਣੇ ਨਹੀਂ ਗੱਲ ਮੰਨੀ। ਉਹਨੇ ਆਖਿਆ ਠੀਕ ਆ ਭਗਤੀ ਕਰਨੀ ਆ, ਪਰ ਇਹ ਕੀ ਮਤਲਬ ਹੋਇਆ ਵੀ ਅਗਲਾ ਬੰਦਾ ਆ ਕੇ ਤੇਰੇ ਗੱਲ ਪੈ ਜਾਵੇ ਤੇ ਤੂੰ ਕਵੇ ਮੈਂ ਉੱਠਣਾ ਹੀ ਨਹੀਂ ਗਾ। ਇੱਦਾਂ ਨਹੀਂ। ਮਹਾਰਾਜ ਸਾਹਿਬ ਨੇ ਆਖਿਆ ਮੈਂ ਰਾਜੇ ਭਗਤ ਪੈਦਾ ਕੀਤੇ ਆ। ਰਾਜੇ ਭਗਤ ਮੇਰੀ ਤੇ ਪੇਰੀ ਦਾ ਸਿਧਾਂਤ ਅਸਲ 'ਚ ਇਹ ਗੱਲ ਆਖਦਾ ਵਾ। ਰਾਜੇ ਭਗਤ ਭਗਤੀ ਵੀ ਕਰਨਗੇ ਤੇ ਜੇ ਕੋਈ ਬੰਦਾ ਟੇਢਾ ਮੇਢਾ ਬੋਲੇਗਾ ਤੇ ਸ਼ਸਤਰ ਵੀ ਚੁੱਕਣਗੇ, ਦੋਏ ਕੰਮ ਕਰਨਗੇ। ਪਰ ਅੱਜ ਵੀ ਸਾਡੇ ਸਿੱਖ ਸਮਾਜ ਵਿੱਚ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਪ੍ਰਚਾਰ ਹੈ ਗਏ, ਕਿਤੇ ਨਾ ਕਿਤੇ ਇਹ ਗੱਲ ਲੋਕ ਮੰਨਦੇ ਆ ਵੀ ਨਿਤਨੇਮ ਬਾਣੀ ਕਰਨ ਪੜ੍ਹਨ ਵਾਲੇ ਨੂੰ ਤੇ ਸ਼ਸਤਰ ਦੀ ਲੋੜ ਹੀ ਨਹੀਂ। ਮਹਾਰਾਜ ਸਾਹਿਬ ਨੇ ਤੇ ਹਰ ਕਿਸੇ ਸਿੱਖ ਨੂੰ ਸ਼ਸਤਰ ਪਵਾਏ ਜੀ ਗਲ ਵਿੱਚ ਸਵਾਏ ਰੱਖਿਆ ਵਾਸਤੇ। ਤੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਤੂੰ ਬਣੇ ਵੱਡਾ ਭਗਤ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਭਗਵਾਨ ਦਾਸ ਤੂੰ ਤੇ ਸ਼ਸਤਰ ਵੀ ਧਾਰਨ ਕੀਤੇ ਆ। ਸਾਹਿਬਾਂ ਨੇ 2 ਕਿਰਪਾਨਾਂ ਪਾਈਆਂ ਹੋਈਆਂ ਸੀ, ਤੀਰਾਂ ਦਾ ਭਰਿਆ ਹੋਇਆ ਭੱਥਾ ਮੋਢੇ ਤੇ ਟੰਗਿਆ ਤੇ ਹੀਰਿਆਂ ਨਾਲ ਜੜੀ ਕੋਈ ਕਲਗੀ ਵੀ ਸੀਸ ਤੇ ਲੱਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੈਠੇ ਹੋਏ ਸਿੱਖਾਂ ਦੇ ਮਸ਼ਹਿਰੇ ਐਨ ਪੁੰਡੇ ਨੇ, ਜਿੱਥੇ ਬਾਣੀ ਦਾ ਜਲਾਲ ਗਿਓ ਤੇ ਵੀਰ ਰਸ ਵੀ ਡੁੱਲ ਡੁੱਲ ਪੈਂਦਾ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਭਗਵਾਨ ਦਾਸ ਕਹਿੰਦੇ। ਆਖਣ ਲੱਗਾ ਆਗੋ ਤੂੰ ਬਣਿਆ ਕਿ ਵੱਡਾ ਭਗਤ, ਤੇ ਨਾਲੇ ਮਹਾਰਾਜ ਨੂੰ ਕਹਿਣ ਲੱਗਾ ਮੈਨੂੰ ਪਤਾ ਹੈ ਤੂੰ ਕਿੱਡਾ ਕੋ ਵੱਡਾ ਭਗਤ ਹੈ, ਤੂੰ ਤੇ 2 ਕਿਰਪਾਨਾਂ ਵੀ ਗਲ ਵਿੱਚ ਪਾਈਆਂ ਹੋਈਆਂ ਹਨ। ਸੱਚੇ ਪਾਤਸ਼ਾਹ ਨੂੰ ਕਹਿੰਦਾ ਇੱਕ ਪਾਸੇ ਆਪਣੇ ਆਪ ਨੂੰ ਭਗਤੋਂ ਖਵਾਉਣਾ ਤੇ ਦੂਜੇ ਪਾਸੇ ਸ਼ਿਕਾਰ ਖੇਲ ਕੇ ਜੀਵਾਂ ਦੀ ਹੱਤਿਆ ਕਰਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਿਹਾ ਸੀ ਭਗਵਾਨ ਦਾਸ। ਸ੍ਰੀ ਗੁਰੂ ਪਾਤਸ਼ਾਹ ਨੂੰ ਕਹਿੰਦਾ ਇੱਕ ਪਾਸੇ ਤੂੰ ਭਗਤ ਅਖਵਾਉਂਦਾ ਗਏ, ਦੂਜੇ ਪਾਸੇ ਜੀਵ ਹੱਤਿਆ ਕਰਦਾ ਗਏ। ਇਹ ਸਾਡੇ ਦੇਸ਼ ਦਾ ਅੱਜ ਵੀ ਕਾਨੂੰਨ ਕਿ ਕੋਈ ਬੰਦਾ ਜੋ ਮਰਜ਼ੀ ਲੁੱਟ ਪੁੱਟ ਕੇ ਖਾ ਜਾਵੇ, ਲੋਕਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ।
ਤੇ ਬੰਦਗੀ ਕਰਨ ਵਾਲੇ ਦੇ ਕੋਲੋਂ ਜੇ ਕਿਤੇ ਇੱਕ ਵੱਧ ਮਾਲਾ ਵੀ ਲੱਭ ਜਾਵੇ ਤੇ ਨਿਊਜ਼ ਬਣ ਜਾਂਦੀ ਹੈ ਵੀ ਭਗਤ ਚੋਰ ਹੋ ਗਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਬੋਲਦਾ ਕਿ ਆਖਰ ਲੱਗੀ ਤੁਸੀਂ ਇੱਕ ਪਾਸੇ ਜੀਵਾਂ ਦੀ ਹੱਤਿਆ ਕਰਦੇ ਹੋ, ਸ਼ਸਤਰ ਧਾਰਨ ਕੀਤੇ ਨੇ, ਦੂਜੇ ਪਾਸੇ ਭਗਤ ਵੀ ਅਖਵਾਉਣਾ ਕਰਦੇ ਗੋ ਜੀ। ਹਜ਼ਾਰ ਸੈਨ ਜੋ ਫਿਰ ਤੀਜੀ ਗੱਲ ਉਹਨੇ ਆਖੀ, ਕਹਿਣ ਲੱਗਾ ਮੈਨੂੰ ਪਤਾ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਦੁਸ਼ਮਣ ਦੀ ਫੌਜ ਤੁਹਾਡੇ ਤੇ ਚੜ੍ਹਾਈ ਕਰਕੇ ਆਏ ਸੀ। 7000 ਦੁਸ਼ਮਣ ਦਾ ਸਿਪਾਹੀ ਤੁਹਾਡੇ ਉੱਪਰ ਚੜ੍ਹਾਈ ਕਰਕੇ ਆ ਗਿਆ ਸੀ ਜੀ। ਪੈਰ ਮੇ ਧੂੜ ਮਲਾਈ। ਇਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਤੁਸੀਂ ਯੁੱਧ ਕੀਤਾ ਗਏ ਅੱਗੋਂ ਤੇ ਤਿੰਨਾਂ ਪਹਿਰਾਂ ਦੇ ਵਿੱਚ ਤੁਸਾਂ ਨੇ ਸਾਰੀ ਫੌਜ ਨੂੰ ਮਿੱਟੀ 'ਚ ਮਿਲਾ ਦਿੱਤਾ ਵਾ। ਤੇ ਮਹਾਰਾਜ ਨੂੰ ਕਹਿੰਦਾ ਦੱਸੋ ਜੰਗਾਂ ਲੜਨੀਆਂ ਭਗਤਾਂ ਦਾ ਕੰਮ ਹੁੰਦਾ ਹੈ? ਭਲਾ ਭਗਤ ਭਲਾ ਜੰਗਾਂ ਲੜਦੇ? ਮਹਾਰਾਜ ਸਾਹਿਬ ਜੀ ਨੂੰ ਇਦਾਂ ਟੇਢੇ ਮੇਢੇ ਸਵਾਲ ਤਰਕ ਕਰ ਰਹੇ ਜੀ। ਆਖਰ ਲੱਗਾ ਤੁਸਾਂ ਨੇ ਤਿੰਨਾਂ ਪਹਿਰਾਂ ਵਿੱਚ ਫੌਜ ਵੀ ਮਿਲਾ ਕੇ ਰੱਖ ਦਿੱਤੀ ਗਏ ਜੀ। ਹੋਏ ਲਸ਼ਕਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿਣ ਲੱਗਾ ਤੁਹਾਡੇ ਅੰਦਰ ਰਹਿਮ ਨਹੀਂ ਹੈਗਾ, ਤੁਸੀਂ ਬੇਰਹਿਮ ਹੋ। ਸਾਹਿਬ ਨੂੰ ਕਹਿੰਦਾ ਤੁਹਾਡੇ ਅੰਦਰ ਦਇਆ ਨਹੀਂ ਹੈਗੀ, ਤੁਸੀਂ ਦਇਆ ਤੋਂ ਖਾਲੀ ਹੋ, ਦਇਆਹੀਨ ਹੋ ਕੇ ਬੇਰਹਿਮ ਹੋ ਕੇ ਤੁਸਾਂ ਸਾਰੇ ਦੀਆਂ ਸਾਰੀਆਂ ਫੌਜਾਂ ਮਾਰ ਦਿੱਤੀਆਂ ਸੀ। ਹੁਣ ਜਰਾ ਇਹਨੂੰ ਫੇਰ ਸੋਚਣਾ, ਇਹ ਗੱਲ ਕਹਿਣ 'ਚ ਸਾਨੂੰ ਕੋਈ ਸੰਕੋਚ ਨਹੀਂ। ਪੁਰਾਤਨ ਸਮੇਂ ਤੇ ਅੱਜ ਵੀ ਲੋਕ ਇਹ ਸੋਚਦੇ ਆ ਵੀ ਅਸੀਂ ਇਹਨਾਂ ਨੂੰ ਫੜ ਕੇ ਭਾਵੇਂ ਪੁੱਠੇ ਟੰਗ ਦਈਏ, ਭਾਵੇਂ 9 ਪੁੱਟ ਦਈਏ, ਭਾਵੇਂ ਇਹਨਾਂ ਤੇ ਤਸ਼ੱਦਦ ਕਰ ਦਈਏ, ਪਰ ਇਹ ਨਾ ਅੱਗੋਂ ਬੋਲਣ। ਤੇ ਜੇ ਇਹ ਅੱਗੋਂ ਬੋਲ ਪਏ ਤੇ ਫਿਰ ਇਹ ਵੱਖਵਾਦੀ ਅੱਤਵਾਦੀ ਆ, ਜੇ ਨਾ ਬੋਲੇ ਤੇ ਫਿਰ ਇਹ ਚੰਗੇ ਭਗਤ ਆ। ਮਹਾਰਾਜ ਸਾਹਿਬ ਜੀ ਨੂੰ ਇਦਾਂ ਕਹਿ ਰਿਹਾ ਤੁਸੀਂ ਦਇਆਹੀਨ ਹੋ। ਤੇ ਬੰਦਾ ਇਹ ਪੁੱਛੇ ਵੀ ਜੇ ਭਲਾ ਗੁਰੂ ਹਰਗੋਬਿੰਦ ਸਾਹਿਬ ਨਾ ਮੁਕਾਬਲਾ ਕਰਦੇ ਤੇ ਜਿਹੜਾ 7000 ਚੜ੍ਹਾਈ ਕਰਕੇ ਆਇਆ ਕਿ ਉਹਨਾਂ ਬਾਕੀ ਕਰਨੀ ਸੀ? ਜੇ ਮੰਨ ਕੇ ਚੱਲੋ ਤੁਸੀਂ ਇੱਕ ਮਿੰਟ ਲਈ ਮੰਨ ਲਓ ਵੀ ਗੁਰੂ ਸਾਹਿਬ ਕਹਿੰਦੇ ਅਸੀਂ ਨਹੀਂ ਲੜਾਈ ਕਰਨੀ, ਆਪ ਬੈਠੋ ਪੰਗਤਾਂ 'ਤੇ ਰੋਟੀ ਖਾਓ, ਤੇ ਕੀ ਉਹ ਤੁਰ ਜਾਂਦੇ ਇੱਦਾਂ? ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਨੂੰ ਬੰਦੀ ਬਣਾ ਕੇ ਖੜਦੇ। ਫਿਰ ਭਲਾ ਇਹਨਾਂ ਬੰਦਿਆਂ ਨੇ ਇੱਦਾਂ ਥੋੜ੍ਹਾ ਕਹਿਣਾ ਸੀ ਬਹੁਤ, ਇਹਨਾਂ ਕਹਿਣਾ ਸੀ ਚੰਗਾ ਹੋ ਗਿਆ ਵਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਯੁੱਧ ਪੁਣਾ ਚੰਗਾ ਨਹੀਂ ਲੱਗ ਰਿਹਾ। ਇਸ ਕਰਕੇ ਮਹਾਰਾਜ ਨੂੰ ਕਹਿੰਦਾ ਤੁਸੀਂ ਦਇਆ ਤੋਂ ਹੀਨ ਹੋ ਕੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇੰਨੀਆਂ ਫੌਜਾਂ ਦਾ ਨਾਸ਼ ਕਰਕੇ ਰੱਖ ਦਿੱਤਾ ਗਏ। ਭਗਤ ਜਗਤ ਨਿਰਧਾਰਾ। ਆਖਰ ਲੱਗਾ ਮੈਨੂੰ ਦੱਸ, ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਭਗਵਾਨ ਦੱਸ, ਕਹਿੰਦਾ ਮੈਨੂੰ ਦੱਸ ਭਗਤ ਇਦਾਂ ਦੇ ਹੁੰਦੇ ਆ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਮੈਨੂੰ ਦੱਸ ਕੇ ਭਗਤਾਂ ਦਾ ਜੀਵਨ ਕਿਤੇ ਇਦਾਂ ਦਾ ਹੁੰਦਾ ਕਿ ਜੀ। ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਨਾਲ ਡਰਾਵਾ ਦਿੰਦਾ ਵਾ। ਆਖਣ ਲੱਗਾ ਮੈਨੂੰ ਐਂ ਲੱਗਦਾ ਵੀ ਤੂੰ ਅਜੇ ਸ਼ਾਹਜਹਾਨ ਨੂੰ ਚੰਗੀ ਤਰ੍ਹਾਂ ਜਾਣਦਾ ਨਹੀਂ। ਭਗਵਾਨ ਦਾਸ ਕਹਿ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਤੂੰ ਅਜੇ ਬਾਦਸ਼ਾਹ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਜੀ। ਹੁਣ ਇੱਕ ਪਾਸੇ ਤਾਂ ਭਗਵਾਨ ਦਾਸ ਇਹ ਕਹਿ ਰਿਹਾ ਵੀ ਤੁਸੀਂ ਮਹਾਰਾਜ ਜੀ 7000 ਫੌਜਾਂ ਨੂੰ ਮਾਰ ਦਿੱਤਾ ਵਾ, ਤੇ ਦੂਜੇ ਪਾਸੇ ਮਹਾਰਾਜ ਨੂੰ ਡਰਪੋਕ ਸਾਬਤ ਕਰਦਾ। ਉਹ ਕਹਿੰਦਾ ਇਹਨੂੰ ਅੱਗੇ ਸੁਣਨਾ। ਇੱਕ ਪਾਸੇ ਇਹ ਕਹਿੰਦਾ ਵੀ ਤੁਸੀਂ ਉਹਨਾਂ ਫੌਜਾਂ ਨੂੰ ਮਾਰ ਦਿੱਤਾ ਤੇ ਖਤਮ ਕਰ ਦਿੱਤਾ ਹੈ, ਦੂਜੇ ਪਾਸੇ ਸਾਹਿਬਾਂ ਨੂੰ ਡਰਪੋਕ ਕਹਿ ਰਹੇ। ਆਖਣ ਲੱਗਾ ਬਾਦਸ਼ਾਹ ਸ਼ਾਹਜਹਾਨ ਦੀਆਂ ਫੌਜਾਂ ਨੇ ਤੁਹਾਨੂੰ ਅੰਮ੍ਰਿਤਸਰ ਆ ਕੇ ਘੇਰਾ ਪਾ ਲਿਆ ਸੀ। ਚਾਰੇ ਪਾਸਿਆਂ ਤੋਂ ਤੁਹਾਡੇ ਦੁਆਲੇ ਦੁਆਲੇ ਬਾਦਸ਼ਾਹ ਦੀਆਂ ਫੌਜਾਂ ਨੇ ਕਿਲੇ ਬੰਦੀ ਕਰ ਦਿੱਤੀ ਸੀ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦਾ ਉਤੋਂ ਮਸਾਂ ਹੀ ਬਚ ਕੇ ਨਿਕਲਿਆ ਤੂੰ। ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਪਾਸੇ ਕਹਿ ਰਿਹਾ ਵੀ 7000 ਫੌਜ ਮਾਰ ਕੇ ਆਏ ਹੋ, ਕਿਉਂਕਿ ਯਾਦ ਰੱਖਣਾ ਮੂਰਖ ਬੰਦੇ ਦੇ ਕੋਈ ਪੈਰ ਨਹੀਂ ਹੁੰਦੇ, ਤੇ ਝੂਠ ਕਦੇ ਇੱਕ ਜਗ੍ਹਾ ਤੇ ਟਿਕਦਾ ਨਹੀਂ ਹੁੰਦਾ, ਉਹ ਮਿੰਟ ਮਿੰਟ ਤੇ ਬਦਲਦਾ ਵਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਹੁਣ ਅੱਗੇ ਜਾ ਕੇ ਕਹਿੰਦਾ ਕਿ ਉਥੋਂ ਮਸਾ ਮਸਾ ਤੁਸੀਂ ਆਪਣੇ ਜਾਨ ਬਚਾ ਕੇ ਨਿਕਲੋ ਕਿਉਂ ਜੀ। ਤੇ ਆਖਰ ਲੱਗਾ ਉਥੋਂ ਮਸਾ ਆਪਣੀ ਖੜਾ ਛੜਾ ਕੇ ਜਾਨ ਬਚਾ ਕੇ ਆਏ ਹੋ, ਤੇ ਇਸ ਜਗ੍ਹਾ ਤੇ ਆ ਕੇ ਤੁਸੀਂ ਝਗੜਾ ਸ਼ੁਰੂ ਕਰ ਦਿੱਤਾ ਹੈ। ਮਹਾਰਾਜ ਸਾਹਿਬ ਜੀ ਨੂੰ ਕਹਿੰਦਾ ਇਸ ਜਗ੍ਹਾ ਤੇ ਆ ਕੇ ਤੁਸੀਂ ਨੇ ਲੜਾਈ ਸ਼ੁਰੂ ਕਰ ਦਿੱਤੀ ਗਏ ਜੀ। ਹੁਣ ਕਹਿੰਦੇ ਇੰਨੀਆਂ ਗੱਲਾਂ ਇਹਨੇ ਕਹਿ ਦਿੱਤੀਆਂ, ਪਰ ਅਜੇ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ। ਇੰਨੀਆਂ ਗੱਲਾਂ ਕਹਿ ਕੇ ਭਗਵਾਨ ਦਾਸ ਘੇਰ ਉੱਠਿਆ ਤੇ ਆਪਣੇ ਘਰ ਵਾਲੇ ਤੁਰ ਪਿਆ। ਭਗਵਾਨ ਦਾਸ ਘੇਰ ਉੱਠਿਆ ਤੇ ਆਪਣੇ ਘਰ ਵਾਲੇ ਪਾਸੇ ਤੁਰ ਪਿਆ ਗਏ ਜੀ। ਨਾਲੇ ਆਪਣੇ ਘਰ ਵਾਲੇ ਪਾਸੇ ਤੁਰਿਆ ਜਾ ਰਹੇ
ਤੇ ਨਾਲੇ ਆਪਣੇ ਜ਼ਬਾਨ ਵਿੱਚੋਂ ਕੱਲਾ ਹੀ ਗੱਲਾਂ ਕਰਦਾ ਜਾਂਦਾ ਵਾ। ਜਿਵੇਂ ਕਈ ਵਾਰੀ ਕਈ ਬੰਦੇ ਕੱਲੀ ਗੱਲਾਂ ਕਰਦੇ ਤੁਸੀਂ ਵੇਖੇ ਹੋਣੇ ਆ। ਭਾਈ ਸਾਹਿਬ ਜੀ ਕਹਿੰਦੇ ਨਾਲੇ ਘਰ ਵਾਲੇ ਪਾਸੇ ਤੁਰਿਆ ਜਾਂਦਾ ਵਾ ਤੇ ਨਾਲੇ ਕੱਲਾ ਹੀ ਆਪਣੀ ਜ਼ਬਾਨ ਚੋਂ ਗੱਲਾਂ ਕਰਦਾ ਜਾਂਦਾ ਕਿ ਜੀ ਆਖਣ ਲੱਗਾ ਇਹ ਚੰਗਾ ਸਿੱਖਾਂ ਨੇ ਗੁਰੂ ਬਣਾਇਆ ਆਪਦਾ, ਕੱਲਾ ਹੀ ਗੱਲਾਂ ਕਰਦਾ ਜਾਂਦਾ ਹੈ ਜੀ। ਭਾਈ ਸਾਹਿਬ ਜੀ ਨੇ ਨਕਸ਼ਾ ਬੜਾ ਸੁੰਦਰ ਬਣਾਇਆ। ਆਖਦਾ ਜਾਂਦਾ ਕਿ ਚੰਗਾ ਸਿੱਖਾਂ ਨੂੰ ਗੁਰੂ ਲੱਭਾ ਜੇ, ਚੰਗਾ ਸਿੱਖਾਂ ਨੇ ਆਪਣਾ ਗੁਰੂ ਬਣਾਇਆ ਕਿ ਜੀ। ਆਖਣ ਲੱਗਾ ਇਹ ਆਪਣੇ ਆਪ ਨੂੰ ਅਖਵਾਉਂਦਾ ਗੁਰੂ ਗਏ ਸਿੱਖ ਮੱਥਾ ਟੇਕਦੇ ਇਹਦੇ ਪੈਰਾਂ ਤੇ ਪਾਰੇ ਤੇ ਕੁਕਰਮ ਕਰਦਾ ਪਿਆ ਵਾ। ਆਖਣ ਲੱਗਾ ਇਹ ਗੁਰੂ ਬਹੁਤ ਵੱਡੇ ਭੈੜੇ ਕਰਮ ਕਰਦਾ ਪਿਆ ਕਿ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੀ ਸੋਚਦਾ ਵਾ ਵੀ ਇਹ ਦਿਨੇ ਰਾਤ ਲੋਕਾਂ ਦਾ ਘਾਤ ਕਰਨਾ ਚਾਹੁੰਦਾ ਹੈ। ਸੰਗਤ ਦੀ ਸ਼ਬਦ ਇਹ ਤੇ ਪ੍ਰਾਨੀ ਆਇਆ ਹੈ। ਤੁਸੀਂ ਗੁਰਬਾਣੀ ਦਾ ਪਾਠ ਬਹੁਤ ਵਾਰ ਕਰਦੇ ਹੋ, ਤਾਂ ਕਰਕੇ ਇੱਥੇ ਮੇਰਾ ਇੱਕ ਫਰਜ਼ ਆ ਬੇਨਤੀ ਕਰਨੀ। ਪ੍ਰਾਨੀ ਕਈ ਪ੍ਰਕਾਰ ਨਾਲ ਸ਼ਬਦ ਆਇਆ। ਪ੍ਰਾਨੀ ਪੱਪਾ ਰਾਰੇ ਕੰਨਾ ਤੇ ਨੰਨੇ ਬਿਹਾਰੇ, ਕੰਨਾਂ ਥਾਵਾਂ ਤੇ ਪੱਪੀ ਪੈਰ ਵਿੱਚ ਰਾਰਾ। ਪ੍ਰਾਨੀ ਇਹਦਾ ਅਰਥ ਹੁੰਦਾ ਕਿ ਇਨਸਾਨ। ਜਿਵੇਂ ਬਾਣੀ ਚ ਮਹਾਰਾਜ ਨੇ ਆਖਿਆ ਪ੍ਰਾਨੀ ਜਾਣ ਲੇਖੋ ਮਨ ਮਾਗੀ। ਹਾਲਾਂਕਿ ਅਸੀਂ ਉਥੇ ਪਾਠ ਪ੍ਰਾਣੀ ਕਹਿੰਦੇ ਨਾਣਾ ਲਾ ਕੇ, ਹਾਲਾਂਕਿ ਬਾਣੀ 'ਚ ਸ਼ਬਦ ਨਾਣਾ ਨਹੀਂ ਨੰਨਾ ਗਏ। ਪ੍ਰਾਨੀ ਦਾ ਅਰਥ ਹੁੰਦਾ ਕਿ ਬੰਦਾ, ਮਨੁੱਖ, ਇਨਸਾਨ। ਪਰ ਜੇ ਨੰਨੇ ਦੀ ਜਗ੍ਹਾ ਤੇ ਨਾਣਾ ਲਾ ਦਈਏ ਨਾ ਪ੍ਰਾਣੀ, ਤੇ ਪ੍ਰਾਣੀ ਇੱਕ ਡੰਡਾ ਹੁੰਦਾ ਵਾ। ਸਾਡੇ ਬਜ਼ੁਰਗ ਜਾਣਦੇ ਨੇ, ਖਾਸ ਕਰ ਜਦੋਂ ਬਲਦਾਂ ਨਾਲ ਪੈਲੀ ਵਾਹੀਦੀ ਸੀ ਹੱਥ ਵਿੱਚ ਪ੍ਰਾਣੀ ਬੜੀ ਹੁੰਦੀ ਸੀ ਉਹਨਾਂ ਨੇ। ਇਹਦਾ ਮਤਲਬ ਜੇ ਅਸੀਂ ਬਾਣੀ ਨੂੰ ਧਿਆਨ ਨਾਲ ਨਾਣਾ ਪੜਿਆ, ਨੰਨੇ ਦੀ ਜਗ੍ਹਾ ਤੇ ਨਾਣਾ ਲਾ ਦਿੱਤਾ ਤੇ ਅਰਥ ਇੰਨੇ ਵਿਗੜ ਜਾਣਗੇ ਕਿ ਸਾਨੂੰ ਖੁਦ ਨੂੰ ਵੀ ਸਮਝ ਵਿੱਚ ਨਹੀਂ ਆਏਗਾ। ਨੰਨਾ ਤੇ ਨਾਣਾ ਪੰਜਾਬੀ ਵਿਆਕਰਨ ਜਿਹੜੇ ਪੜ੍ਹਦੇ ਨੇ ਥੋੜਾ ਬਹੁਤਾ ਉਹਨਾਂ ਨੂੰ ਮੇਰੇ ਤੋਂ ਵੀ ਵੱਧ ਪਤਾ ਨਾ। ਪਹਿਲਾ ਸ਼ਬਦ ਅਗੇ ਪ੍ਰਾਨੀ, ਨੰਨੇ ਨਾਲੇ ਦਾ ਅਰਥ ਅਗੇ ਮਨੁੱਖ, ਬੰਦਾ, ਇਨਸਾਨ। ਅਗਲਾ ਸ਼ਬਦ ਅਗੇ ਪ੍ਰਾਣੀ, ਇਹਦਾ ਅਰਥ ਅਗੇ ਡੰਡਾ, ਸੋਟਾ। ਤੀਜਾ ਸ਼ਬਦ ਕਿ ਪੁਰਾਣੀ, ਪੱਪੇ ਨੂੰ ਔਂਕੜ ਨਾਲ ਪੁਰਾਣੀ। ਆਪਾਂ ਕਹਿੰਦੇ ਇਹ ਵਸਤੂ ਬੜੀ ਪੁਰਾਣੀ ਪਈ ਹੈ ਜੀ। ਜਿਹੜੇ ਪਹਿਲਾਂ ਦੀ ਪਈ ਹੋਵੇ, 2 ਸਾਲ 3 ਸਾਲ ਪਹਿਲਾਂ ਦੀ ਪਈ ਹੋਵੇ, ਉਹ ਪੁਰਾਣੀ ਹੁੰਦੀ ਹੈ। ਇਸ ਕਰਕੇ ਬਾਣੀ ਦਾ ਪਾਠ ਕਰਨ ਲੱਗਿਆ ਲਗਾ ਮਾਤਰਾ ਦਾ ਬੜਾ ਧਿਆਨ ਰੱਖਣਾ ਜ਼ਰੂਰੀ ਹੈ। ਪੁਰਾਣੀ, ਪੁਰਾਣੀ ਤੇ ਪੁਰਾਣੀ ਇਹਨਾਂ ਵਿੱਚ ਬੜਾ ਜ਼ਿਆਦਾ ਅੰਤਰ ਕੇ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਸ਼ਬਦ ਵਰਤਿਆ ਪ੍ਰਾਨੀ ਪਰਮ ਪੁਰਖ ਪਗ ਲਾਗੋ। ਪ੍ਰਾਨੀ, ਹੇ ਪ੍ਰਾਨੀ ਪਰਮਾਤਮਾ ਦੇ ਚਰਨਾਂ ਨਾਲ ਜੋੜ। ਇੱਥੇ ਅਰਥ ਇਹਦਾ ਬੰਦਾ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਭਨਾ ਥਾਵਾਂ ਤੇ ਸ਼ਬਦ ਨੰਨੇ ਨਾਲ ਪ੍ਰਾਨੀ ਹੀ ਵਰਤਿਆ। ਬਾਣੀ ਵਿੱਚ ਪ੍ਰਾਨੀ ਤੂੰ ਆਇਆ ਲਾਗਾ ਲੈਣ, ਕਿ ਬੰਦੇ ਤੂੰ ਲਾਭ ਖੱਟਣ ਆਇਆ ਵਾ, ਪੁਰਾਣੀ ਨਹੀਂ। ਸੋ ਖੈਰ ਭਾਈ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਵਰਤਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਇਹ ਸੋਚਦਾ ਜਾਂਦਾ, ਪ੍ਰਾਨੀ ਘਾਤ ਕਰਨ ਚਾਹਿਤ ਦਿਨ ਰਾਤ। ਸੋਚਦੇ ਮਨ ਵਿੱਚ ਕਿ ਸਿੱਖ ਇਹਨੂੰ ਆਪਣਾ ਗੁਰੂ ਮੰਨਦੇ ਨੇ, ਪਰ ਇਹ ਤੇ ਲੋਕਾਂ ਦਾ ਦਿਨੇ ਰਾਤ ਕਤਲ ਕਰਨਾ ਚਾਹੁੰਦਾ ਵਾ। ਇਹ ਗੁਰੂ ਤਾਂ ਦਿਨੇ ਰਾਤ ਲੋਕਾਂ ਦੀ ਹੱਤਿਆ ਕਰਨੀ ਚਾਹੁੰਦਾ ਕਿ ਜੀ। ਤੇ ਮਨ ਅੰਦਰ ਸੋਚਦਾ ਜਾਂਦਾ ਜਾਂ ਕੱਲਾ ਹੀ ਗੱਲਾਂ ਕਰਦਾ ਜਾਂਦਾ, ਭਗਵਾਨ ਦਾਸ ਵੀ ਇਹ ਕਿੱਦਾਂ ਦਾ ਗੁਰੂ ਇਹ ਤੇ ਝਗੜਾ ਪੈਦਾ ਕਰਕੇ ਬਹਿ ਗਿਆ ਵਾ। ਇਸ ਗੁਰੂ ਨੇ ਆ ਕੇ ਫਸਾਦ ਖੜਾ ਕਰ ਦਿੱਤਾ ਕਿ ਜੀ। ਤੇ ਕੱਲਾ ਹੀ ਗੱਲਾਂ ਕਰਦਾ, ਨਾਲੇ ਹੱਥ ਮਾਰਦਾ ਜਾਂਦਾ, ਲਾਗੇ ਹੈਗਾ ਨਹੀਂ ਕੋਈ, ਇਹਦੇ ਤੁਰਿਆ ਜਾਂਦਾ ਕੱਲਾ ਹੀ, ਤੇ ਨਾਲੇ ਕਹਿੰਦਾ ਤੇਰਾ ਇੱਥੇ ਲੈਣਾ ਦੇਣਾ ਕੀ ਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਤੀ ਕਹਿੰਦਾ ਜਾਂਦਾ ਹੈ, ਮਹਾਰਾਜ ਨੂੰ ਕਹਿੰਦਾ ਜਾਂਦਾ ਕਿ ਤੇਰਾ ਇੱਥੇ ਕੋਈ ਵੀ ਲੈਣਾ ਦੇਣਾ ਨਹੀਂ ਗਏ ਜੀ। ਤੇ ਆਖਦਾ ਜਾਂਦਾ ਕਿ ਨਾ ਤੇਰੇ ਪਿਓ ਦਾ ਇੱਥੇ ਕੋਈ ਝਗੜਾ, ਤੇ ਨਾ ਤੇਰੇ ਦਾਦੇ ਦਾ ਕੋਈ ਝਗੜਾ, ਨਾ ਤੇਰੇ ਬਾਪ ਦਾ ਕੋਈ ਝਗੜਾ ਕੇ, ਤੇ ਨਾ ਇੱਥੇ ਤੇਰੇ ਦਾਦੇ ਦਾ ਕੋਈ ਝਗੜਾ ਕੇ ਜੀ। ਤੇ ਆਖਦਾ ਗੱਲਾਂ ਇਉਂ ਕਰਦਾ ਜਿਵੇਂ ਗੁਰੂ ਦੇ ਸਾਹਮਣੇ ਬੈਠਾ ਹੋਵੇ। ਆਖਦਾ ਜਾਂਦਾ ਕਿ ਤੂੰ ਅਚਾਨਕ ਹੀ ਇੱਥੇ ਆ ਕੇ ਡੇਰਾ ਪਾ ਲਿਆ, ਕਿ ਗੁਰੂ ਹਰਗੋਬਿੰਦ ਤੂੰ ਅਚਾਨਕ ਹੀ ਇੱਥੇ ਆ ਕੇ ਆਪਣਾ ਡੇਰਾ ਲਾ ਲੈਣਾ ਕੀਤਾ ਕਿ। ਤੇ ਮਨ ਅੰਦਰ ਸੋਚਦਾ ਤੇ ਗੱਲਾਂ ਕਰਦਾ ਜਾਂਦਾ, ਅਚਾਨਕ ਇੱਥੇ ਆ ਕੇ ਡੇਰਾ ਪਾ ਕੇ ਤੁਸੀਂ ਕਿਲੇ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਗਏ। ਹੁਣ ਕੱਲਾ ਹੀ ਗੱਲਾਂ ਕਰਦਾ ਜਾਂਦਾ, ਸੁਣਦਾ ਨਹੀਂ ਕੋਈ ਇਹਦੀ ਗੱਲ।
ਪਰ ਕੱਲਾ ਹੀ ਆਖਦਾ ਜਾਂਦਾ ਤੇਰਾ ਭਲਾ ਇਸੇ ਗੱਲ ਦੇ ਵਿੱਚ ਹੀ ਆ। ਗੁਰੂ ਨੂੰ ਕਹਿੰਦਾ ਜਾਂਦਾ ਕੱਲਾ ਹੀ ਆਖਦਾ ਜਾਂਦਾ ਕਿ ਤੇਰਾ ਭਲਾ ਇਸੇ ਗੱਲ ਦੇ ਵਿੱਚ ਗਏ ਜੀ ਪ੍ਰਭਾਤ ਜਾਓ ਤੂੰ ਕਿ ਸਵੇਰ ਹੁੰਦਿਆਂ ਸਾਰ ਤੂੰ ਇੱਥੋਂ ਉੱਠ ਕੇ ਚਲਿਆ ਜਾ। ਆਖਦਾ ਜਾਂਦਾ ਏ ਤੇਰਾ ਭਲਾ ਗੁਰੂ ਹਰਗੋਬਿੰਦ ਇਸ ਗੱਲ ਵਿੱਚ ਗਏ ਕਿ ਸਵੇਰ ਹੁੰਦਿਆਂ ਸਾਰ ਹੀ ਉੱਠ ਕੇ ਚਲਿਆ ਜਾ ਇੱਥੋਂ ਤੂੰ। ਜਾਣੇ ਕੋ ਨਾਹੀ ਨ ਜਾਣੇ। ਆਖਣ ਲੱਗਾ ਜੇ ਤੂੰ ਇੱਥੋਂ ਚਲਿਆ ਗਿਆ ਕੋਈ ਕਿਸੇ ਤੱਕ ਖਬਰ ਪਹੁੰਚ ਜਾਵੇਗੀ ਵੀ ਮੈਂ ਘੱਲਿਆ ਤੇ ਕਿਸੇ ਨੇ ਕਹਿਣਾ ਗੁਰੂ ਆਪੇ ਚਲਿਆ ਗਿਆ। ਕੋਈ ਜਾਣੇ ਕੋਈ ਨਾ ਜਾਣੇ, ਕਿਸੇ ਨੂੰ ਇਸ ਗੱਲ ਦਾ ਪਤਾ ਲੱਗੇਗਾ ਤੇ ਕਿਸੇ ਨੂੰ ਨਹੀਂ ਲੱਗੇਗਾ ਜੀ। ਭਾਂਤੇ ਪ੍ਰਤਮ ਪਰ ਇਹ ਗੱਲ ਯਾਦ ਰੱਖ ਗੁਰੂ ਹਰਗੋਬਿੰਦ ਸੂਰਜ ਚੜ੍ਹਦਿਆਂ ਤੋਂ ਬਾਅਦ ਤੂੰ ਇੱਥੇ ਲੱਭਣਾ ਨਹੀਂ ਚਾਹੀਦਾ। ਸੂਰਜ ਉਦੇ ਹੋਣ ਤੋਂ ਬਾਅਦ ਮੇਰੀਆਂ ਅੱਖਾਂ ਦੇ ਸਾਹਮਣੇ ਤੂੰ ਦਿਸਣਾ ਵੀ ਨਹੀਂ ਚਾਹੀਦਾ ਜੀ। ਨਾ ਬਸਨੋ ਪਾਵੇ ਤੇ ਕੱਲਾ ਹੀ ਗੱਲਾਂ ਕਰਦਾ ਜਾਂਦਾ ਕਹਿੰਦਾ ਮੈਂ ਤੇ ਵਸਣ ਨਹੀਂ ਦੇਣਾ ਕਿਸੇ ਨੂੰ। ਆਖਦਾ ਜਾਂਦਾ ਕਿ ਇਸ ਜਗ੍ਹਾ ਤੇ ਮੈਂ ਕਿਸੇ ਨੂੰ ਵਸੇਬਾ ਨਹੀਂ ਕਰ ਦੇਣਾ ਜੀ। ਦੁਆਮੋ ਚਿੰਤੇ ਜੋ ਬਸ ਜਿੰਨੀਆਂ ਤੁਸੀਂ ਚਣਾਈਆਂ ਕਰੋਗੇ ਨਾ, ਜਿੰਨੇ ਤੁਸੀਂ ਕਿਲਾ ਬਣਾਓਗੇ ਘਰ ਬਣਾ ਲਓਗੇ, ਮੈਂ ਸਾਰਾ ਕੁਝ ਢਵਾ ਕੇ ਰੱਖ ਦਿਆਂਗਾ, ਸਾਰਾ ਕੁਝ ਖਤਮ ਕਰ ਦਿਆਂਗਾ, ਸਾਰਾ ਕੁਝ ਮਿੱਟੀ ਵਿੱਚ ਮਿਲਾ ਕੇ ਰੱਖ ਦਿਆਂਗਾ ਜੀ। ਬੋਲਤ ਕਰਤੋ ਭਗਵਾਨ। ਭਾਈ ਸਾਹਿਬ ਜੀ ਕਹਿੰਦੇ ਇਦਾਂ ਬੋਲਦਾ ਹੋਇਆ ਤੇ ਬਕਵਾਸ ਕਰਦਾ ਹੋਇਆ। ਬਕਵਾਸ ਦਾ ਅਰਥ ਹੁੰਦਾ ਬਕਵਾਸ ਕਰਨਾ। ਇਸ ਢੰਗ ਨਾਲ ਬੋਲਦਾ ਅਤੇ ਬਕਵਾਸ ਕਰਦਾ ਹੋਇਆ ਜੀ ਗੁਰ ਕੇ ਅਪਵਾਦ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਉੱਠਿਆ ਤੇ ਆਪਣੇ ਘਰ ਚਲਿਆ ਗਿਆ। ਮਹਾਰਾਜ ਸਾਹਿਬ ਜੀ ਦੇ ਕੋਲੋਂ ਉੱਠਿਆ ਤੇ ਆਪਣੇ ਘਰ ਅੰਦਰ ਚਲਿਆ ਗਿਆ ਕਿ ਜੀ ਕਠੋਰ ਅਨਚਿਤੀ। ਇਸ ਬੰਦੇ ਨੇ ਗੱਲਾਂ ਤੇ ਬੜੀਆਂ ਕਠੋਰ ਆਖੀਆਂ ਸਨ, ਬੜੀਆਂ ਕੌੜੀਆਂ ਆਖੀਆਂ ਸਨ। ਇਹਨਾਂ ਗੱਲਾਂ ਨੂੰ ਬਰਦਾਸ਼ਤ ਕਰਨਾ ਸੌਖਾ ਨਹੀਂ। ਗੱਲਾਂ ਤਾਂ ਭਗਵਾਨ ਦਾਸ ਘੇਰਲ ਬੜੀਆਂ ਕੇ ਕਰੜੀਆਂ ਕਹਿ ਕੇ ਗਿਆ ਕਿ ਨਿਧਾਨ ਸ਼ਿਮਾ ਮਨ। ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲੇ ਇਹਨੂੰ ਬਖਸ਼ ਦੇਣਾ ਹੀ ਮੁਨਾਸਬ ਸਮਝਿਆ ਗਿਆ। ਉਹ ਸ਼ਿਮਾ ਦੇ ਦਾਤੇ ਨਾਲੇ ਮਹਾਰਾਜ ਨੂੰ ਇਸ ਗੱਲ ਦਾ ਪਤਾ ਸੀ ਵੀ ਇਹਦਾ ਅੰਤ ਕਦੋਂ ਹੋਣਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਬਖਸ਼ ਦੇਣਾ ਕਿ ਚੰਗਾ ਸਮਝਿਆ ਗਿਆ ਜੀ। ਚੰਦਰਿਸ ਬਚਨ ਉਚਾਰ। ਸਨਮਾਨਯੋਗ ਭਾਈ ਬਿਧੀ ਚੰਦ ਮਹਾਰਾਜ ਜੀ ਦੇ ਕੋਲ ਹੋਏ ਜਦੋਂ ਚਲਿਆ ਗਿਆ ਭਗਵਾਨ ਦਾਸ ਘੇਰੜ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਹੋ ਕੇ ਬਿਧੀ ਚੰਦ ਸਾਹਿਬ ਜੀ ਬੇਨਤੀ ਕਰਦੇ ਖਾਨਾ ਗੁਰ ਧਰੋਈ ਚਹਿਜੇ ਤੁਮਾਰਾ। ਸੱਚੇ ਪਾਤਸ਼ਾਹ ਜੀ ਇਹ ਗੁਰ ਧਰੋਗੀ ਗਏ, ਗੁਰੂ ਕਾ ਦੁਸ਼ਮਣ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਦਾਂ ਦੇ ਇਸ ਬੰਦੇ ਨੇ ਬੋਲੇ ਆ ਨਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਬਹੁਤੇ ਨਹੀਂ ਤੇ ਥੋੜੀ ਬਾਤੀ ਤੇ ਸਦਾ ਇਹਨੂੰ ਮਿਲਣੀ ਚਾਹੀਦੀ ਸੀ ਨਾ। ਜਾਦੀਆਂ ਨਹੀਂ ਤੇ ਕੋਈ 5-7 ਦੇ ਕੰਨਾਂ ਤੇ ਲੱਗਦੀਆਂ ਨੂੰ ਪਤਾ ਲੱਗਦਾ ਵੀ ਬੋਲੀ ਦਾ ਕਿਵੇਂ ਹੈ। ਇਹ ਗੱਲ ਯਾਦ ਰੱਖੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ 'ਚ ਇੱਕ ਪਾਵਨ ਪਾਠ ਆਖੇ। ਚਲੋ ਅਸੀਂ ਬਹੁਤ ਵਾਰ ਪਹਿਲਾਂ ਵੀ ਬੇਨਤੀ ਕੀਤੀ, ਅੱਜ ਫੇਰ ਮਿਲ ਗਏ। ਮਹਾਰਾਜ ਸਾਹਿਬ ਨੇ ਆਖਿਆ ਲੋਹਾ ਕੰਚਨ ਟੁੱਟੈ ਸਾਰ। ਲੋਹੇ ਦਾ ਅਰਥ ਆਪ ਜੀ ਜਾਣਦੇ ਹੋ। ਅਗਲਾ ਪਾਠ ਕੇ ਕੰਚਨ, ਕੰਚਨ ਦਾ ਅਰਥ ਕੇ ਸੋਨਾ। ਮਹਾਰਾਜ ਸਾਹਿਬ ਨੇ ਆਖਿਆ ਜੇ ਲੋਹਾ ਟੁੱਟ ਜਾਏ ਤੇ ਜਾਂ ਫਿਰ ਸੋਨਾ ਟੁੱਟ ਜਾਵੇ, ਹੁੰਦਾ ਕੀ ਆ ਅਗਨੀ ਗੰਢ ਪਾਏ ਲੋਹਾਰ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਰਾ ਬਚਨ ਆਖਿਆ ਜੇ ਲੋਹਾ ਟੁੱਟ ਜਾਏ ਉਹਨੂੰ ਗਾਂਢਾ ਪੈ ਜਾਂਦਾ ਵਾ, ਪਰ ਅੱਗ ਨਾਲ ਲੋਹਾਰ ਪਾਏਗਾ ਉਹਨੂੰ ਜੋੜ ਦੇਗਾ। ਅੱਜ ਕੱਲ੍ਹ ਚਲੋ ਵੈਲਡਿੰਗ ਹੋ ਜਾਂਦਾ ਹੈ। ਸੋਨਾ ਟੁੱਟ ਜਾਏ ਤੇ ਸੁਨਿਆਰ ਉਹਨੂੰ ਗਾਂਢਾ ਲਾ ਦਿੰਦਾ ਹੈ। ਟੁੱਟ ਗਿਆ ਸੀ ਪਰ ਲੱਗ ਗਿਆ। ਕਹੇ ਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਮੇਰੇ ਭਾਈ ਇਹ ਗੱਲ ਯਾਦ ਰੱਖ, ਪੁੱਤੀ ਗੰਢ ਪਵੇ ਸੰਸਾਰ। ਕਿਸੇ ਦੇ ਘਰ ਵਿੱਚ ਪੁੱਤਰ ਪੈਦਾ ਹੋ ਜਾਵੇ ਤੇ ਉਹਦੀ ਸੰਸਾਰ ਨਾਲ ਗੰਢ ਪੈ ਜਾਂਦੀ ਹੈ। ਇੱਦਾਂ ਕਹਿੰਦੇ ਲੋਕ ਵੀ ਸੰਸਾਰ ਨਾਲ ਜੁੜ ਗਏ। ਅੱਗੇ ਮਹਾਰਾਜ ਨੇ ਆਖਿਆ ਜੇ ਮੂਰਖ ਬੰਦਾ ਹੋਵੇ ਨਾ, ਉਹਨੂੰ ਗੰਢ ਪਾਉਣੀ ਹੋਵੇ ਤੇ ਉਹਦੇ ਮੂੰਹ ਤੇ ਮਾਰਨੀ ਪੈਂਦੀ ਹੈ। ਮੂਰਖ ਬੰਦਾ ਉਹਨਾਂ ਚਿਰ ਬਕਵਾਦ ਕਰਨੋਂ ਨਹੀਂ ਅੜਦਾ ਜਿੰਨਾ ਚਿਰ ਅੱਗੋਂ 4 ਪਏ ਨਾ ਜਾਣ। ਇਹ ਸੱਚਾ ਬਚਨ ਆ, ਤੁਸੀਂ ਬਾਣੀ ਪੜੋ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਮੂਰਖ ਗੰਢ ਪਵੇ ਮੋਹੇ ਮਾਰ। ਮੂਰਖ ਨੂੰ ਉਹਨਾਂ ਚਿਰ ਗੰਢ ਨਹੀਂ ਪੈਂਦੀ, ਉਹਨੂੰ ਨਹੀਂ ਸਮਝ ਲੱਗਦੀ, ਉਹਦੀ ਸੁਰਤ ਨਹੀਂ ਟਿਕਾਣੇ ਆਉਂਦੀ ਜਿੰਨਾ ਚਿਰ ਅੱਗੋਂ ਪਏ ਨਾ ਜਾਣ। ਅੱਜ ਹਰ ਬੰਦਾ ਮੋਬਾਈਲ ਫੜ ਕੇ ਤੇ ਸਾਡੀ ਕੌਮ ਦੇ ਵਿਰੋਧ ਆਪਣੇ ਘਰੋਂ ਹੀ ਪਤਾ ਕਿਉਂ ਬੋਲਣ ਲੱਗ ਜਾਂਦਾ ਵਾ। ਅਗਲੇ ਦਿਨ ਅਗਲਾ ਮਾਫੀ ਮੰਗ ਲੈਂਦਾ ਸੀ। ਆਖਿਆ ਜਿਹਨੇ ਮਾਫੀ ਮੰਗ ਲਈ ਕਿਹੜਾ ਛੁੱਟ ਗਿਆ। ਨਹੀਂ 2-4 ਨੂੰ ਸੌਦਾ ਲੱਗਿਆ ਹੋਵੇ ਤੇ ਬਾਕੀ ਆਪੇ ਹਟ ਜਾਂਦੇ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵਿਧੀ ਚੰਦ ਸਾਹਿਬ ਨੇ ਬੇਨਤੀ ਕਰਕੇ ਆਖਿਆ, ਮਹਾਰਾਜ ਜੇ ਥੋੜਾ ਜਿਹੀ ਇਹਦੇ ਸੁਰਤ ਟਿਕਾਣੇ ਕੀਤੀ ਹੁੰਦੀ ਤੇ ਗਾਂ ਇੱਦਾਂ ਨਾ ਬੋਲਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਥੋੜੀ ਬਾਤ ਇਸ ਬੰਦੇ ਦੇ ਸੁਰਤ ਟਿਕਾਣੇ ਕਰ ਦੇਣੀ ਚਾਹੀਦੀ ਸੀ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਰੱਬ ਰੂਪ ਹੋਣਾ, ਤੁਹਾਡਾ ਤੇ ਅਦਬ ਕਰਨਾ ਬਣਦਾ ਹੀ ਆ। ਹਾਲਾਂਕਿ ਬਾਣੀ ਵਿੱਚ ਮਹਾਰਾਜ ਨੇ ਇੱਥੋਂ ਤੱਕ ਆਖਿਆ, ਤੇਰਾ ਕਿਸੇ ਨਾਲ ਬਹੁਤਾ ਵੀ ਵਿਰੋਧ ਹੋਵੇ ਤਾਂ ਵੀ ਉਹਦੇ ਪ੍ਰਤੀ ਆਪਣੀ ਜ਼ਬਾਨ ਵਿੱਚੋਂ ਫਿੱਕਾ ਲਫ਼ਜ਼ ਨਹੀਂ ਵਰਤਣਾ, ਕਿਸੇ ਨੂੰ ਗਾਲ ਨਹੀਂ ਕੱਢਣੀ, ਕਿਸੇ ਦੀ ਸ਼ਾਨ ਦੇ ਵਿਰੋਧ ਨਹੀਂ ਬੋਲਣਾ। ਹਾਂ ਤੇਰਾ ਉਹਦੇ ਨਾਲ ਕੋਈ ਵੈਰ ਵਿਰੋਧ ਹੈਗਾ ਤੇ ਗੱਲ ਵੱਖਰੀ ਆ, ਕਦੇ ਮੁਕਾਬਲਾ ਹੋਏਗਾ ਤੇ ਨਿਬੜ ਲਈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਬੰਦੇ ਨੇ ਤੁਹਾਡਾ ਅਦਬ ਨਹੀਂ ਕੀਤਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਤਿਕਾਰ ਵੀ ਨਹੀਂ ਕੀਤਾ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਹਨੇ ਆਪਣੀ ਜ਼ਬਾਨ ਵਿੱਚੋਂ ਬੜੇ ਨਿਠੁਰ ਗੱਲਾਂ ਬੋਲੀਆਂ ਨੇ, ਕਰੜੀਆਂ ਗੱਲਾਂ ਬੋਲੀਆਂ ਨੇ, ਕਠੋਰ ਵਚਨ ਬੋਲੇ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਨੂੰ ਬੋਲ ਕੇ ਇਸ ਜਗ੍ਹਾ ਤੋਂ ਚਲਾ ਗਿਆ ਹੈ ਜੀ। ਹੁਣ ਖਿਆਲ ਕਰੋ ਵੀ ਜਿਹੜੀ ਗੱਲ ਗੁਰੂ ਦੀ ਰਸਨਾ ਤੋਂ ਸਹਿਜ ਸੁਭਾਅ ਵੀ ਨਿਕਲ ਜਾਂਦੀ ਹੈ ਨਾ, ਉਹ ਫਿਰ ਮੁੜਦੀ ਨਹੀਂ ਹੁੰਦੀ। ਅਸੀਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਮਹਾਰਾਜ ਸਿੱਖਾਂ ਨਾਲ ਇੱਦਾਂ ਸਿੱਧੀਆਂ ਵੀ ਬਚਨ ਸਹਿਜ ਸੁਭਾਅ ਵੀ ਕਰ ਲੈਂਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਸਹਿਜ ਸੁਭਾਅ ਆਪਣੀ ਰਸਨਾ ਦੇ ਵਿੱਚ ਇੱਕ ਬਚਨ ਕਰਨਾ ਕੀਤਾ ਗਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾ, ਇਹ ਹੁਣ ਸਿੱਖ ਧਰਮ ਵਿੱਚ ਬਲੀ ਦਾ ਵਿਧਾਨ ਨਹੀਂ ਹੈਗਾ, ਸਿਧਾਂਤ ਇਹ ਮੈਂ ਪਹਿਲਾਂ ਬੇਨਤੀ ਕਰਦੇ ਹਾਂ। ਸਿੱਖ ਧਰਮ ਬਲੀਆਂ ਨੂੰ ਨਹੀਂ ਮੰਨਦਾ, ਨਾ ਇੱਥੇ ਬਲੀ ਦਿੱਤੀ ਜਾਂਦੀ ਆ। ਕਿਸੇ ਦੀ ਬਲੀ ਕੋਈ ਨਗਰ ਦੀ ਨੀਂਹ ਰੱਖਣ ਲੱਗਿਆ ਦਿੱਤੀ ਨਹੀਂ ਗਈ, ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਸੀ ਵੀ ਜਿੰਨਾ ਤੇ ਰਹਿੰਦਾ ਸਿਰ ਨਾ ਵੱਢਿਆ ਨਗਰ ਨਹੀਂ ਵਸਣ ਦੇਣਾ ਇਹਨੇ। ਤਾਂ ਕਰਕੇ ਮਹਾਰਾਜ ਨੇ ਸਹਿਜ ਸੁਭਾਅ ਹੀ ਆਖਿਆ, ਕਹਿੰਦੇ ਮਹਿਖਾਸੁਰ ਦੈਂਤ ਵਾਂਗੂ ਮੈਨੂੰ ਲੱਗਦਾ ਇਹਦੀ ਬਲੀ ਦੇਣੀ ਪਏਗੀ। ਇਹ ਸਹਿਜ ਸੁਭਾਵਕ ਉਹਨਾਂ ਦੀ ਰਸਨਾ 'ਚੋਂ ਗੱਲ ਨਿਕਲੀ ਆ, ਜਾਣੀ ਇਹਨੂੰ ਬਲੀ ਪ੍ਰਥਾ ਵਾਲੇ ਪਾਸੇ ਨਹੀਂ ਖੜਨਾ ਤੇ ਨਾ ਬਲੀ ਸਿੱਖ ਧਰਮ 'ਚ ਦਿੱਤੀ ਜਾਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਹਿਜ ਸੁਭਾਅ ਹੀ ਆਖੇ, ਆਖਰ ਲੱਗੇ ਮਹਿਖਾਸੁਰ ਦੈਂਤ ਵਾਂਗੂ ਇਹਦੀ ਬਲੀ ਦੇਣੀ ਪਏਗੀ। ਮਹਾਰਾਜ ਸਾਹਿਬ ਨੇ ਆਖਿਆ, ਨਗਰ ਵਾਤੇ ਮਹਿਖਾਸੁਰ ਦੈਂਤ ਵਾਂਗ ਇਹਦਾ ਸਿਰ ਵੱਢਣਾ ਪਏਗਾ ਜੀ। ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਜਦੋਂ ਇਹਦਾ ਸਿਰ ਵੱਢਿਆ ਗਿਆ ਨੀਂਹ ਆਪੇ ਪੱਕੀ ਹੋ ਜਾਣੀ। ਜਦੋਂ ਭਗਵਾਨ ਦਾਸ ਘੇਰੜ ਦਾ ਸਿਰ ਵੱਢਿਆ ਗਿਆ ਗੇ ਗੁਰਸਿੱਖੋ ਨੀਂਹ ਆਪੇ ਪੱਕੀ ਹੋ ਜਾਣੀ ਗਏ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਨਾ ਸਾਡੇ ਵਾਸਤੇ ਕੋਈ ਸ਼ਗਨ ਆ ਤੇ ਨਾ ਪਸ਼ਗਣੀ ਆ। ਹੁਣ ਮਹਾਰਾਜ ਜੀ ਜਾਣਦੇ ਸਨ ਵੀ ਇਹ ਬੰਦਾ ਬਖੇੜਾ ਪੈਦਾ ਕਰਦਾ, ਫੌਜ ਲੈ ਕੇ ਆਊਗਾ। ਮਹਾਰਾਜ ਨੇ ਆਖਿਆ, ਸਾਡੇ ਵਾਸਤੇ ਇਹਦਾ ਸਿਰ ਵੱਢਣਾ ਹੀ ਸ਼ਗਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੇਰੀ ਧੜ ਤੋਂ ਜੁਦਾ ਹੋ ਜਾਏਗਾ ਜੀ। ਤੇ ਵਿਧੀ ਚੰਦ ਸਾਹਿਬ ਵਰਗੇ ਗੁਰਸਿੱਖਾਂ ਨੇ ਆਖਿਆ, ਫਿਰ ਗੁਰੂ ਸਾਹਿਬ ਜੀ ਸਾਨੂੰ ਆਗਿਆ ਦਿਓ, ਜੇ ਮਹਾਰਾਜ ਤੁਹਾਨੂੰ ਪਤਾ ਜੂਆ ਵੀ ਮਹਿਖਾਸੁਰ ਵਾਂਗੂ ਇਹਦੀ ਬਲੀ ਦੇਵਾਂਗੇ ਫਿਰ ਹੀ ਨਗਰ ਵਸਣਾ ਹੈ, ਤੇ ਫਿਰ ਦੇਰ ਕਾਹਦੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਆਗਿਆ ਦੇ ਦੇਣੇ ਕਰੋ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇਰ ਆਪਾਂ ਲਾਉਣੇ ਨੇ, ਤੁਸੀਂ ਆਗਿਆ ਦਿਓ ਤੇ ਆਪਾਂ ਗਏ ਤੇ ਫੜ ਕੇ ਲੈ ਜਾਂਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚੋਂ ਹੀ ਜਾ ਕੇ ਫੜ ਲੈਂਦੇ ਗਾ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਇਸ ਬੰਦੇ ਨੂੰ ਫੜ ਕੇ ਨਾ ਭਗਵਾਨ ਦਾਸ ਘੇਰੜ ਨੂੰ ਤੇ ਮਹਾਰਾਜ ਸਾਹਿਬ ਜੀ ਤੁਹਾਡੇ ਕੋਲ ਲੈ ਆਉਂਦੇ ਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਲੈ ਆਉਂਦੇ ਗਾ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਵਾਨ ਚੰਦੂ ਦੇ ਵਾਂਗ ਇਹਨੂੰ ਮਾਰ ਗਏ। ਇਹ ਬੜਾ ਭੈੜਾ ਬੋਲਿਆ ਗੁਰੂ ਘਰ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਨ ਚੰਦੂ ਵਰਗੀ ਇਹਨੂੰ ਸਜ਼ਾ ਦੇ ਦਈਏ ਜੀ। ਤੇ ਨਾਲੇ ਵਿਧੀ ਚੰਦ ਸਾਹਿਬ ਨੇ ਆਖਿਆ, ਸੱਚੇ ਪਾਤਸ਼ਾਹ ਦੀਵਾਨ ਚੰਦੂ ਲਾਲ ਦੇ ਸਿਰ ਵਿੱਚ ਤੇ ਖੁਰਪਾ ਵੱਜਾ ਸੀ ਤਾਂ ਮੌਤ ਹੋਈ ਜਾਂਦੀ, ਤੇ ਆ ਜਿੱਦਾਂ ਦਾ ਵੇਖਿਆ ਇਹਨੂੰ ਖੁਰਪੇ ਦੀ ਲੋੜ ਨਹੀਂ ਪੈਣੀ, ਇਹਨੇ ਛਤਰਾਂ ਨੇ ਮਰ ਜਾਣਾ। ਪਨਹੀ ਦਾ ਭਾਵ ਹੁੰਦਾ ਜੁੱਤਾ। ਮਹਾਰਾਜ ਸਾਹਿਬ ਜੀ ਇਹਨੂੰ ਖੁਰਪੇ ਦੀ ਲੋੜ ਨਹੀਂ ਪਏਗੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ ਸਿਰ ਵਿੱਚ ਜੁੱਤੇ ਵੱਜਣਗੇ ਤੇ ਇਹਨੇ ਜੁੱਤੇ ਖਾ ਖਾ ਕੇ ਮਰ ਜਾਣਾ ਗਏ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਿੰਦਕਾਂ ਦਾ ਫਲ ਇਹ ਹੀ ਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਘਰ ਦੇ ਨਿੰਦਕਾਂ ਦਾ ਇਹ ਫਲ ਵਾ।
ਤੇ ਐਸਾ ਫਲ ਜਿਹੜਾ ਕਿ ਇਹ ਗੁਰੂ ਘਰ ਦੇ ਨਿੰਦਕਾਂ ਨੂੰ ਪ੍ਰਾਪਤ ਹੀ ਹੁੰਦਾ ਆਇਆ ਕਿ ਜੀ। ਗੋਬਿੰਦ ਬਾਪ ਬਖਾਨੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੋਂ ਬੋਲੇ ਆ ਤੇ ਬੜੇ ਪਿਆਰ ਦੇ ਨਾਲ ਗੁਰਸਿੱਖਾਂ ਨੂੰ ਕਹਿਣ ਲੱਗੇ ਹਨ। ਦਰੋਹੀ ਜੇਤਕ ਜਗ ਜਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਘਰ ਦੇ ਜਿੰਨੇ ਵੀ ਦੋਖੀ ਇਸ ਜਗਤ ਵਿੱਚ ਹੈਗੇ ਆ, ਮਹਾਰਾਜ ਸਾਹਿਬ ਨੇ ਆਖਿਆ ਗੁਰੂ ਘਰ ਦੇ ਜਿੰਨੇ ਵੀ ਦੋਖੀ ਜਗਤ ਵਿੱਚ ਵਸਦੇ ਹਨ, ਭਵਿਖਤ ਜੇ ਅਬ ਇਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਇਹ ਭਾਵੇਂ ਹੁਣ ਨੇ ਤੇ ਭਾਵੇਂ ਅਗਾਂਹ ਪੈਦਾ ਹੋਣਗੇ। ਥੋੜਾ ਜਿਹਾ ਨੂੰ ਆਪਾਂ ਇਤਿਹਾਸ ਤੋਂ ਸਮਝਦੇ ਨੇ ਅੱਗੇ ਜਾ ਕੇ। ਮਹਾਰਾਜ ਨੇ ਆਖਿਆ ਭਾਵੇਂ ਹੁਣ ਤੇ ਭਾਵੇਂ ਅੱਗੇ ਜਾ ਕੇ ਪੈਦਾ ਹੋਣਗੇ ਜੀ। ਕਹੋ ਅਗ ਕੋ ਫਲ ਲਹਿ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਨੂੰ ਇਹਨਾਂ ਦੇ ਪਾਪਾਂ ਦਾ ਫਲ ਜ਼ਰੂਰ ਮਿਲੇਗਾ। ਗੁਰੂ ਘਰ ਦੀ ਨਿੰਦਿਆ ਕਰਨ ਵਾਲੇ, ਗੁਰੂ ਕੇ ਸਰੋਵਰਾਂ ਗੁਰਧਾਮਾਂ ਦੇ ਵਿਰੋਧ ਬੋਲਣ ਵਾਲੇ, ਮਹਾਰਾਜ ਸਾਹਿਬ ਨੇ ਆਖਿਆ ਇਹਨਾਂ ਨੂੰ ਇਹਨਾਂ ਦੀ ਨਿੰਦਿਆ ਦਾ ਫਲ ਵੀ ਜ਼ਰੂਰ ਮਿਲੇਗਾ ਜੀ। ਲੋਕ ਵਿਖੇ ਜਰ ਉਪਰੇ ਹੁਣ ਤੁਸੀਂ ਇਹਨੂੰ ਗੁਰੂ ਕਾ ਸਰਾਪ ਨਹੀਂ ਸਮਝਣਾ। ਇਹ ਮਹਾਰਾਜ ਨੇ ਜਿਹੜੀ ਗੱਲ ਆਖੀ ਤੇ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਕਿ ਠੀਕ ਆ ਕਿ ਨਹੀਂ। ਮਹਾਰਾਜ ਨੇ ਆਖਿਆ ਭਾਵੇਂ ਹੁਣ ਨੇ ਭਾਵੇਂ ਗਾਂ ਗੁਰੂ ਘਰ ਦੇ ਨਿੰਦਕ ਪੈਦਾ ਹੋਣਗੇ, ਉਹਨਾਂ ਦੀਆਂ ਜੜ੍ਹਾਂ ਹੀ ਪੁੱਟੀਆਂ ਜਾਣਗੀਆਂ, ਜੜ੍ਹਾਂ ਉਖੜ ਜਾਣਗੀਆਂ। ਤੁਸੀਂ ਜਰਾ ਅੰਦਾਜ਼ਾ ਲਾ ਕੇ ਵੇਖੋ ਕਿ ਹੋਇਆ ਕਿ ਨਹੀਂ ਹੋਇਆ। ਅਬਦਾਲੀ ਲੱਭਦਾ ਕਿਤੇ, ਉਸ ਤੋਂ ਬਾਅਦ ਮੱਸਾ ਰੰਗੜ ਲੱਭਦਾ ਕਿਤੇ। ਅਬਦਾਲੀ ਲੈ ਲਓ, ਮੱਸਾ ਰੰਗੜ ਲੈ ਲਓ, ਇੰਦਰਾ ਗਾਂਧੀ ਲੈ ਲਓ, ਜਾਂ ਇਸ ਤੋਂ ਪਿੱਛੇ ਚਲੇ ਜਾਈਏ ਅਸੀਂ ਜ਼ਕਰੀਆ ਖਾਨ ਲੈ ਲਓ, ਮੀਰ ਮੰਨੂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਔਰੰਗਜ਼ੇਬ ਨੂੰ ਪੜ੍ਹ ਕੇ ਵੇਖ ਲਓ, ਸੂਬਾ ਸਰਹੰਦ ਵਜ਼ੀਰ ਖਾਨ ਨੂੰ ਪੜ੍ਹ ਕੇ ਵੇਖ ਲਓ, ਬਾਦਸ਼ਾਹ ਫਰਖਸੀਅਰ ਨੂੰ ਪੜ੍ਹ ਕੇ ਵੇਖ ਲਓ। ਇਹਨਾਂ ਜਿਨ੍ਹਾਂ ਗੁਰੂ ਘਰਾਂ ਦੇ ਨਾਲ ਮੱਥਾ, ਇਹਨਾਂ ਨੂੰ ਉਦੋਂ ਐਂ ਲੱਗਦਾ ਸੀ ਵੀ ਜਿਵੇਂ ਸਾਡੇ ਕੋਲ ਬਾਦਸ਼ਾਹਤ ਆ, ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਗੁਰਸਿੱਖੋ ਇੱਕ ਗੱਲ ਯਾਦ ਰੱਖਣਾ, ਜਿਸ ਦੇਸ਼ ਜਿਹੜੀ ਜਗ੍ਹਾ ਤੇ ਜਿਹੜਾ ਦੇਸ਼ ਹੁੰਦਾ ਹੈ ਨਾ, ਉੱਥੇ ਉਹਦਾ ਝੰਡਾ ਆਪਦਾ ਹੀ ਝੂਲਦਾ ਹੁੰਦਾ ਹੈ। ਦੂਜੇ ਦੇਸ਼ ਦਾ ਝੰਡਾ ਕਦੇ ਦੂਜੇ ਦੇਸ਼ ਵਿੱਚ ਨਹੀਂ ਝੂਲਦਾ। ਆ ਕਦੇ ਕਦਾ ਕੋਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਕੋਈ ਹੋਰ ਉੱਚ ਅਹੁਦੇਦਾਰ ਬੰਦਾ ਉੱਥੇ ਯਾਤਰਾ ਤੇ ਜਾਵੇ ਤੇ ਦੋਵੇਂ ਝੰਡੇ ਕੋਈ ਰਸਮੀ ਤੌਰ ਤੇ ਲਾਏ ਜਾਂਦੇ, ਸਿਰਫ ਰਸਮੀ ਤੌਰ ਤੇ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦਾ ਝੰਡਾ ਕਿੱਥੇ ਨਹੀਂ ਝੂਲਦਾ ਪਿਆ। ਤੁਸੀਂ ਲੱਭ ਸਕਦੇ ਹੋ ਦੁਨੀਆ ਦੇ ਨਕਸ਼ੇ ਉੱਪਰ ਕੋਈ ਇਦਾਂ ਦਾ ਦੇਸ਼ ਜਿੱਥੇ ਗੁਰੂ ਨਾਨਕ ਦੀ ਸਿੱਖੀ ਦਾ ਝੰਡਾ ਨਾ ਹੋਵੇ। ਉਹਦੇ ਅਫਗਾਨਿਸਤਾਨ 'ਚ ਵੀ ਲੱਗਾ ਹੈ, ਅਮਰੀਕਾ ਤੇ ਕੈਨੇਡਾ 'ਚ ਵੀ ਲੱਗੇ ਨੇ, ਸਾਰੀਆਂ ਜਗ੍ਹਾ 'ਤੇ ਗੁਰੂ ਨਾਨਕ ਦੀ ਘਰ ਦੀ ਦੋਹੀ ਦਾ ਡੰਕਾ ਅੱਜ ਵੀ ਵੱਜਦਾ ਪਿਆ। ਕਿ ਸਭ ਤੋਂ ਵੱਡੀ ਅਸੀਂ ਉਦਾਹਰਣ ਦਿੰਦੇ ਹੁੰਦੇ ਸੀਰੀਆ ਦੀ, ਜਿੱਥੇ ਲੋਕ ਘਰਾਂ ਤੋਂ ਨਿਕਲ ਕੇ ਬੱਚੇ ਨਹੀਂ ਸਾਂਭੇ, ਖਾਲਸਾ ਏਡ ਵਰਗੀ ਸੰਸਥਾ ਨੇ ਉੱਥੇ ਜਾ ਕੇ ਵੀ ਲੰਗਰ ਲਾ ਛੱਡੇ। ਇਹ ਕੀ ਆ? ਉਹਨਾਂ ਨੇ ਕਿਤੇ ਆਪਣਾ ਨਾਂ ਥੋੜਾ, ਚਲੋ ਉਹਨਾਂ ਨੂੰ ਵੀ ਲੋਕ ਜਾਣਨ ਲੱਗ ਪਏ, ਪਰ ਜਾਣੇ ਕਿਹਦਾ ਕਰਕੇ? ਗੁਰੂ ਨਾਨਕ ਦਾ ਕਰਕੇ। ਜਾਣੇ ਇਸ ਕਰਕੇ ਕਿ ਗੁਰੂ ਨਾਨਕ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਖਾਲਸੇ ਦਾ ਝੰਡਾ ਝੂਲੇਗਾ, ਗੁਰੂ ਨਾਨਕ ਦੇ ਸਿੱਖਾਂ ਦੀ ਦੋਹੀ ਫਿਰ ਜਾਏਗੀ, ਡੰਕਾ ਵੱਜੇਗਾ ਇਹਨਾਂ ਦੇ ਨਾਂ ਦਾ। ਤੇ ਯਾਦ ਰੱਖੋ ਗੁਰੂ ਘਰ ਦੇ ਨਿੰਦਕਾਂ ਦੀਆਂ ਜੜ੍ਹਾਂ ਹੀ ਪੁੱਟੀਆਂ ਜਾਣਗੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਲੋਕ ਵਿਕੇ ਜੜ ਉਖਰੇ ਸਾਰੀ, ਇਸ ਦੁਨੀਆ ਵਿੱਚ ਉਹਨਾਂ ਦੀਆਂ ਜੜ੍ਹਾਂ ਨਿਕਲ ਜਾਣਗੀਆਂ ਧਰਤੀ ਤੋਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਜੜ੍ਹਾਂ ਹੀ ਉਖੜ ਜਾਣਗੀਆਂ ਜੀ। ਪਏ ਦੁਖ ਨਰਕ ਮਿਹਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਜੋ ਗੁਰੂ ਘਰ ਦਾ ਵਿਰੋਧ ਕਰਦਾ ਹੈ, ਗੁਰੂ ਘਰ ਦੀ ਨਿੰਦਿਆ ਕਰਦਾ ਵਾ, ਮਰਨ ਤੋਂ ਬਾਅਦ ਉਹਦੇ ਵਾਸਤੇ ਨਰਕ ਆ। ਮਹਾਰਾਜ ਸਾਹਿਬ ਨੇ ਆਖਿਆ ਮਰਨ ਤੋਂ ਬਾਅਦ ਉਹਨੂੰ ਨਰਕ ਦੀ ਪ੍ਰਾਪਤੀ ਹੋਵੇਗੀ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕੋਈ ਵਲੀ ਅੱਲਾ ਉਹਨਾਂ ਦੀ ਸਹਾਇਤਾ ਹੀ ਨਹੀਂ ਕਰੇਗਾ। ਇਹ ਨਹੀਂ ਵੀ ਕੋਈ ਪੈਗੰਬਰ ਉਹਨਾਂ ਦੀ ਸਹਾਇਤਾ ਕਰੇਗਾ। ਮਹਾਰਾਜ ਸਾਹਿਬ ਨੇ ਆਖਿਆ ਜਿਹੜਾ ਗੁਰੂ ਘਰ ਦਾ ਨਿੰਦਕ ਕੇ ਗੁਰੂ ਘਰ ਦੀ ਨਿੰਦਿਆ ਕਰਦਾ ਵਾ, ਯਾਦ ਰੱਖੋ ਉਹਦੀ ਕੋਈ ਸਹਾਇਤਾ ਨਹੀਂ ਕਰੇਗਾ। ਇਹ ਤੁਸੀਂ ਆਪਣੇ ਮਨ ਵਿੱਚ ਅੰਦਾਜ਼ਾ ਲਾਉਣਾ, ਮੈਂ ਵੀ ਲਾਉਣਾ ਹੈ ਵੀ ਕੀ ਅਸੀਂ ਕਿਤੇ ਗੁਰੂ ਘਰ ਦੇ ਵਿਰੋਧ ਤੇ ਨਹੀਂ ਬੋਲਦੇ। ਯਾਦ ਰੱਖੋ ਹਰ ਜਗ੍ਹਾ ਤੇ ਬੰਦੇ ਮਾੜੇ ਵੀ ਹੁੰਦੇ ਆ, ਚੰਗੇ ਵੀ ਹੁੰਦੇ ਆ, ਇਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ। ਪਰ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਘਰ ਮਾੜਾ ਹੋ ਗਿਆ। ਨਹੀਂ, ਗੁਰੂ ਘਰ ਤੇ ਮਹਾਨ ਸੀ, ਮਹਾਨ ਹੈ। ਮੈਂ ਇੱਕ ਉਦਾਹਰਣ ਦੇ ਕੇ ਸਮਾਪਤੀ ਕਰਦਿਆਂ, ਜਨਰਲ ਸ਼ਵੇਕ ਸਿੰਘ ਸ਼ਹੀਦ ਹੋ ਗਿਆ 1984 ਵਿੱਚ। ਉਹਨਾਂ ਦੇ ਜੀਵਨ ਵਿੱਚ ਲਿਖਿਆ ਹੈ ਸ਼ਹੀਦੀ ਉਹਨਾਂ ਦੀ ਹੋ ਗਈ ਤੇ ਅਕਾਲ ਤਖਤ ਸਾਹਿਬ ਜੀ ਦੀ ਕਾਰ ਸੇਵਾ ਸ਼ੁਰੂ ਹੋ ਗਈ। ਜਨਰਲ ਸ਼ਵੇਕ ਸਿੰਘ ਦੀ ਮਾਂ 80 ਕੁ ਵਰਿਆਂ ਦੀ
ਜਿਉਂ ਕਿ ਜਨਰਲ ਸ਼ਬੇਗ ਸਿੰਘ ਜਦੋਂ ਸ਼ਹੀਦ ਹੋਇਆ ਨਾ, ਉਹ 60 ਦੇ 55 60 ਦੇ ਲਾਗੇ ਤੇ ਆਪ ਚਲਿਆ ਗਿਆ ਸੀ। 80 82 ਸਾਲਾਂ ਦੀ ਉਹਦੀ ਮਾਂ ਤੇ ਉਹ ਅਕਾਲ ਤਖਤ ਸਾਹਿਬ ਦੀ ਸੇਵਾ ਕਰ ਰਹੀ ਆ। ਟੋਕਰਾ ਪੜਿਆ, ਬਾਲਟਾ ਤੇ 2 ਕਰੋੜੇ ਪਾ ਕੇ ਚੁੱਕ ਕੇ ਲੈ ਜਾਂਦੀ ਹੈ। ਪੱਤਰਕਾਰਾਂ ਨੇ ਪਹਿਚਾਣ ਲਈ, ਉਹ ਤੇ ਲੱਭਦੇ ਨਹੀਂ ਇੱਦਾਂ ਦੀਆਂ ਖਬਰਾਂ। ਜਨਰਲ ਸ਼ਬੇਗ ਸਿੰਘ ਦੀ ਮਾਂ ਦੇ ਕੋਲ ਜਾ ਕੇ ਆਖਿਆ, ਤੇਰਾ ਪੁੱਤਰ ਤੇ ਬੜਾ ਵੱਡਾ ਜਰਨੈਲ ਹੋਇਆ ਹੈ। ਐਸੇ ਪੁੱਤਰ ਨੂੰ ਹਰ ਮਾਂ ਜਨਮ ਨਹੀਂ ਦਿੰਦੀ ਹੁੰਦੀ, ਯਾਦ ਰੱਖਣਾ। ਜਨਰਲ ਸ਼ਬੇਗ ਸਿੰਘ ਵਰਗਾ ਹਰ ਘਰ 'ਚ ਨਹੀਂ ਪੈਦਾ ਹੁੰਦਾ। ਆਖਿਆ ਤੇਰਾ ਪੁੱਤਰ ਬੜਾ ਵੱਡਾ ਜਰਨਲ ਗਏ, ਸ਼ਹੀਦ ਹੋ ਗਏ। ਉਹ ਤੇ ਸ਼ਹੀਦ ਹੋ ਗਏ ਤੇ ਮਾਂ ਆ ਜਰਾ ਵੇਖਾਂ ਹਰਿਮੰਦਰ ਸਾਹਿਬ ਦਾ ਇਹਨਾਂ ਲੋਕਾਂ ਕੀ ਹਾਲ ਬਣਾਤਾ। ਸ਼੍ਰੀ ਦਰਬਾਰ ਸਾਹਿਬ ਵਿੱਚ ਵੀ ਗੋਲੀਆਂ ਲੱਗੀਆਂ ਸੀ। ਅਕਾਲ ਤਖਤ ਕਿੱਦਾਂ ਇਹਨਾਂ ਨੇ ਬਣਾ ਦਿੱਤਾ ਢਹਿ ਢੇਰੀ, ਇਹ ਹੁਣ ਬੁਰਾ ਲੱਗਦਾ ਹੈ। ਉੱਥੇ ਲਿਖਿਆ ਜੇ ਜਨਰਲ ਸ਼ਬੇਗ ਸਿੰਘ ਦੀ ਮਾਂ ਨੇ ਗੱਲ ਆਖੀ ਸੀ, ਆਖਣ ਲੱਗੀ ਹਰਿਮੰਦਰ ਤੇ ਅਕਾਲ ਤਖਤ ਪਹਿਲਾਂ ਵੀ ਸੋਹਣਾ ਸੀ ਤੇ ਅੱਜ ਵੀ ਸੋਹਣਾ ਹੈ। ਉਹਨਾਂ ਆਖਿਆ ਹਰਿਮੰਦਰ ਸਾਹਿਬ ਉਦੋਂ ਵੀ ਸੋਹਣਾ ਸੀ ਜਦੋਂ ਇਹਦੇ ਅੰਦਰ ਮਸਾ ਰੰਗ ਡਾ ਕੇ ਬੈਠਾ ਸੀ। ਹਰਿਮੰਦਰ ਸਾਹਿਬ ਉਦੋਂ ਵੀ ਸੋਹਣਾ ਸੀ, ਸਾਨੂੰ ਹਰਿਮੰਦਰ ਉਦੋਂ ਵੀ ਚੰਗਾ ਲੱਗਦਾ ਸੀ, ਬਸ ਮੱਸਾ ਹੀ ਚੰਗਾ ਨਹੀਂ ਸੀ ਲੱਗਦਾ। ਇਸ ਕਰਕੇ ਅਸੀਂ ਹਰਿਮੰਦਰ ਨੂੰ ਨਹੀਂ ਛੇੜਿਆ, ਮੱਸਾ ਹੀ ਵੱਢਿਆ ਵਾ। ਮੱਸਾ ਰੰਗੜ ਵੱਢਿਆ, ਹਰਿਮੰਦਰ ਤੇ ਜਿਉਂਦਾ ਤਿਉਂ ਉਹਨੂੰ ਨਹੀਂ ਛੇੜਿਆ। ਆਖਿਆ ਅਕਾਲ ਤਖਤ, ਅਕਾਲ ਦਾ ਤਖਤ ਕੇ ਇਹ ਅੱਜ ਵੀ ਸੋਹਣਾ ਲੱਗਦਾ ਕਿ ਬਸ ਜਿਸ ਬੰਦੇ ਨੇ ਇਹਦੇ ਤੇ ਹਮਲਾ ਕਰ ਦਿੱਤਾ ਸਾਨੂੰ ਉਹ ਚੰਗਾ ਨਹੀਂ ਲੱਗਦਾ, ਜਿਵੇਂ ਅਸੀਂ ਮੱਸਾ ਵੱਢਿਆ ਇਹਦੇ ਤੇ ਹਮਲਾ ਕਰਨ ਵਾਲੇ ਨੂੰ ਵੀ ਵੱਢਾਂਗੇ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਮੈਂ ਬੇਨਤੀ ਕੀਤੀ ਸੰਗਤ ਦੀ, ਗੁਰੂ ਘਰ ਤੇ ਹਮੇਸ਼ਾ ਹੀ ਮਹਾਨ ਹੁੰਦਾ ਵਾ। ਗੁਰੂ ਘਰ ਕਦੇ ਨੀਵੇਂ ਪਾਸੇ ਨਹੀਂ ਜਾਂਦਾ, ਗੁਰੂ ਘਰ ਕਦੇ ਬਦਸੂਰਤ ਨਹੀਂ ਹੁੰਦਾ, ਗੁਰੂ ਘਰ ਕਦੇ ਘਟੀਆ ਨਹੀਂ ਹੁੰਦਾ। ਕਾਂ ਬੰਦੇ ਚੰਗੇ ਮਾੜੇ ਜ਼ਰੂਰ ਹੁੰਦੇ ਰਹਿੰਦੇ ਸਮੇਂ ਦੇ ਨਾਲ। ਕਦੇ ਅਕਾਲੀ ਫੂਲਾ ਸਿੰਘ ਵੀ ਆ ਜਾਂਦਾ ਅਕਾਲ ਤਖਤ ਤੇ, ਕਦੇ ਕੋਈ ਹੋਰ ਵੀ ਆ ਜਾਂਦਾ ਵਾ, ਪਰ ਅਕਾਲ ਤਖਤ ਜਿੰਨਾ ਅਕਾਲੀ ਫੂਲਾ ਸਿੰਘ ਦੇ ਵੇਲੇ ਮਹਾਨ ਸੀ ਉਨਾ ਹੀ ਅੱਜ ਮਹਾਨ ਆ। ਬਸ ਬੰਦਿਆਂ ਦਾ ਫਰਕ ਪੈ ਜਾਂਦਾ। ਇਸ ਕਰਕੇ ਅਸੀਂ ਗੁਰੂ ਘਰ ਨਾਲ ਜੁੜਨੇ, ਬੰਦਿਆਂ ਨਾਲ ਨਹੀਂ ਜੁੜਨਾ। ਗੁਰੂ ਘਰ ਦੀ ਵਡਿਆਈ ਕਰਨੀ ਆ, ਬੰਦਿਆਂ ਦੀ ਨਹੀਂ ਕਰਨੀ। ਗੁਰੂ ਦੀ ਪੂਜਾ ਕਰਨੀ ਆ, ਬੰਦਿਆਂ ਦੀ ਨਹੀਂ ਕਰਨੀ। ਅਸੀਂ ਗੁਰੂ ਘਰ ਗੁਰੂ ਦੇ ਮੂੰਹ ਨੂੰ ਆਉਂਦੇ ਆ, ਗੁਰੂ ਨੂੰ ਮੱਥਾ ਟੇਕਣ ਆਉਂਦੇ ਆ, ਗੁਰੂ ਨੂੰ ਨਮਸਕਾਰ ਕਰਨ ਆਉਂਦੇ ਆ, ਨਾ ਕਿ ਬੰਦਿਆਂ ਨੂੰ। ਇਸ ਕਰਕੇ ਗੁਰੂ ਸਾਡਾ ਮਹਾਨ ਹੈ, ਗੁਰੂ ਦੇ ਆਖੇ ਲੱਗੋ, ਗੁਰੂ ਘਰ ਦੀ ਵਿਚਾਰਧਾਰਾ ਨੂੰ ਜ਼ਿੰਦਗੀ 'ਚ ਲਾਗੂ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਤਾਂ ਜੋ ਸਾਡਾ ਸਭਨਾਂ ਦਾ ਆਇਆ ਹੋਇਆ ਸਫਲ ਹੋ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ, ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।